ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਾਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹ। ਜਹ ਅਨ ਭਉ ਤਹ ਭੈ ਨਹੀਂ, ਜਹ ਭਉ ਤਹ ਹਰਿ ਨਾਹੀਂ। ਕਹਿਓ ਕਬੀਰ ਵਿਚਾਰ ਕੈ, ਸੰਤ ਸੁਨਹੁ ਮਨ ਮਾਹੇ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸੰਗਤਾਂ ਵਡਭਾਗੀ ਹੋ। ਸਭ ਸੈ ਉਪਰ ਗੁਰ ਸ਼ਬਦ ਵਿਚਾਰ, ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਪ੍ਰਾਰੰਭ ਹੈ। 178 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਜੋ ਉਸ ਤੋਂ ਅਗਲੇ ਸ਼ਲੋਕ ਹਨ, ਉਹਨਾਂ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਆਪ ਸਭ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਸੂਰਜ ਚਾਂਦ ਕੈ, ਉਦੈ ਭਈ ਸਭ ਦੇਹ। ਭਗਤ ਕਬੀਰ ਜੀ ਫਰਮਾਉਂਦੇ ਹਨ, ਜਿੰਨੇ ਵੀ ਸਰੀਰ ਨੇ, ਦੇ ਇਸਤਰੀ ਲਿੰਗ ਹੈ, ਉਹਦਾ ਭਈ ਸਭ ਦੇਹ। ਜਿੰਨੇ ਸਰੀਰ ਨਜ਼ਰ ਆ ਰਹੇ ਨੇ, ਇਹ ਸੂਰਜ ਤੇ ਚੰਦਰਮਾ ਦੇ ਹਿਸਾਬ ਦੇ ਨਾਲ ਸਾਰੇ ਉਦੇ ਹੋਏ ਨੇ, ਪ੍ਰਗਟ ਹੋਏ ਨੇ। ਉਹ ਕਿਵੇਂ? ਦਿਨ ਤੇ ਰਾਤ ਦਾ ਸੰਬੰਧ ਸੂਰਜ ਤੇ ਚੰਦਰਮਾ ਦੇ ਨਾਲ ਹੀ ਮੇਲ ਖਾਂਦਾ ਹੈ। ਦਿਨ ਦਾ ਸੰਬੰਧ ਸੂਰਜ ਦੇ ਨਾਲ ਹੈ, ਰਾਤ ਦਾ ਸੰਬੰਧ ਚੰਦਰਮਾ ਦੇ ਨਾਲ ਹੈ। ਦੁਨੀਆ ਵਿੱਚ ਦੋ ਕਿਸਮ ਦੇ ਕੈਲੰਡਰ ਹਨ। ਇੱਕ ਤਾਂ ਸੂਰਜੀ ਕੈਲੰਡਰ ਹਨ, ਜਿਵੇਂ ਬਿਕਰਮੀ ਸੰਮਤ ਹੈ, ਉਹਦੇ 12 ਮਹੀਨੇ ਹਨ, ਉਹ ਸੂਰਜ ਦੇ ਹਿਸਾਬ ਦੇ ਨਾਲ ਚੱਲਦੇ ਨੇ। ਦੂਸਰਾ ਹੈ ਚੰਦਰਮਾ ਦਾ ਕੈਲੰਡਰ, ਉਹ ਸੁਦੀ ਤੇ ਬਦੀ ਦੋ ਪੱਖ ਨੇ। ਸੁਦੀ ਤੇ ਬਦੀ ਪੱਖ ਦੇ ਹਿਸਾਬ ਦੇ ਨਾਲ, ਥਿੱਤਾਂ ਵਾਰਾਂ ਦੇ ਹਿਸਾਬ ਦੇ ਨਾਲ ਉਹ ਚੱਲਦਾ ਹੈ। ਹੁਣ ਕਈ ਲੋਕ ਜਦੋਂ ਕਿਸੇ ਦੀ ਜਨਮ ਤਾਰੀਖ ਲਿਖਣੀ ਹੋਵੇ, ਸੂਰਜੀ ਕੈਲੰਡਰ ਦੇ ਹਿਸਾਬ ਦੇ ਨਾਲ ਲਿਖਦਾ ਹੈ,
ਤੇ ਕਈ ਜਿਹੜੇ ਲੋਕ ਹਨ ਉਹ ਥਿੱਤਾਂ ਵਾਰਾਂ ਦੇ ਹਿਸਾਬ ਦੇ ਨਾਲ ਵੀ, ਜਿਨ੍ਹਾਂ ਦਾ ਸੰਬੰਧ ਚੰਦਰਮਾ ਦੇ ਨਾਲ ਹੈ, ਉਸ ਤਰ੍ਹਾਂ ਵੀ ਲਿਖਦੇ ਨੇ। ਇਹਦਾ ਭਾਵ ਇਹ ਹੋਇਆ, ਸੂਰਜ ਤੇ ਚੰਦਰਮਾ, ਸੂਰਜ ਦਿਨ ਦਾ ਰਾਜਾ ਹੈ, ਚੰਦਰਮਾ ਰਾਤ ਦਾ ਰਾਜਾ ਹੈ। ਕੋਈ ਦਿਨੇ ਪੈਦਾ ਹੋ ਜਾਂਦਾ, ਕੋਈ ਰਾਤ ਨੂੰ ਜਨਮ ਲੈ ਲੈਂਦਾ। ਇਉਂ ਸੂਰਜ ਤੇ ਚੰਦਰਮਾ ਦੇ ਨਾਲ ਹੀ ਵਿਕਰਮੀ ਸੰਮਤ ਸੂਰਜੀ ਕੈਲੰਡਰ ਹੈ, ਸੁਦੀ ਵਧੀ ਪੱਖ ਵਾਲਾ ਚੰਦਰਮਾ ਦਾ ਕੈਲੰਡਰ ਹੈ। ਇਹਨਾਂ ਦੋਨਾਂ ਦੇ ਹਿਸਾਬ ਦੇ ਨਾਲ ਹੀ ਸਾਰੇ ਸਰੀਰ, ਸਾਰੀਆਂ ਦੇਹਾਂ ਪੈਦਾ ਹੁੰਦੀਆਂ ਨੇ। ਦੂਜਾ ਇਹਦੇ ਵਿੱਚ ਇੱਕ ਹੋਰ ਵੀ ਭਾਵ ਹੈ, ਸੂਰਜ ਤੇ ਚੰਦਰਮਾ। ਸੂਰਜ ਤੋਂ ਲੈਣਾ ਹੈ ਵਿਵੇਕ, ਚਾਂਦ ਚੰਦਰਮਾ ਤੋਂ ਲੈਣਾ ਹੈ ਵੈਰਾਗ। ਵੈਰਾਗ ਦੀ ਤਾਸੀਰ ਠੰਡੀ ਹੁੰਦੀ ਹੈ, ਵਿਵੇਕ ਦੀ ਜਿਹੜੀ ਤਾਸੀਰ ਹੈ ਉਹ ਪ੍ਰਚੰਡ ਹੁੰਦੀ ਹੈ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜਿੰਨੀਆਂ ਦੇਹਾਂ ਪੈਦਾ ਹੋਈਆਂ ਨੇ, ਜਿੰਨੇ ਜੀਵਾਂ ਨੇ ਸਰੀਰ ਧਾਰਨ ਕੀਤੇ ਨੇ, ਉਹ ਵਿਵੇਕ ਤੇ ਵੈਰਾਗ ਦੀ ਪ੍ਰਾਪਤੀ ਵਾਸਤੇ ਨੇ। ਮਨੁੱਖਾਂ ਦੇ ਧਾਰਨ ਕਰਕੇ ਵੈਰਾਗ ਤੇ ਵਿਵੇਕ ਨੂੰ ਧਾਰਨ ਕਰਨਾ ਚਾਹੀਦਾ ਹੈ। ਗੁਰ ਗੋਬਿੰਦ ਕੇ ਬਿਨ ਮਿਲੇ, ਪਲਟ ਭਈ ਸਭ ਖੇਹੇ। ਪਰ ਭਗਤ ਜੀ ਫਰਮਾਉਂਦੇ ਨੇ, ਕਈ ਲੋਕ ਜਨਮ ਤਾਂ ਲੈ ਲੈਂਦੇ ਨੇ, ਨਾ ਤੇ ਗੁਰੂ ਦੀ ਸ਼ਰਨ ਜਾਂਦੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਨ, ਤੇ ਨਾ ਹੀ ਆਪਣੇ ਜੀਵਨ ਦੇ ਮਨੋਰਥ ਨੂੰ ਸਿੱਧ ਕਰਦੇ ਨੇ। ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ, ਉਹਦੇ ਜੀਵਨ ਦਾ ਮਨੋਰਥ ਕਦੇ ਸਿੱਧ ਹੋ ਹੀ ਨਹੀਂ ਸਕਦਾ। ਸਾਡੇ ਜੀਵਨ ਦਾ ਮਨੋਰਥ ਕੀ ਹੈ, ਇਹਦੇ ਬਾਰੇ ਸਤਿਗੁਰੂ ਦੀ ਬਾਣੀ ਦੱਸਦੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਿੰਗ ਕਾਲੇ ਦੇਹ ਸੰਜਰੀਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਸਾਡੇ ਜੀਵਨ ਦਾ ਮਨੋਰਥ ਹੈ, ਗੋਬਿੰਦ ਮਿਲਣ। ਹਾਜ਼ੂਰ ਕਹਿੰਦੇ, ਗੁਰੂ ਤੇ ਗੋਬਿੰਦ ਦੇ ਮਿਲੇ ਤੋਂ ਬਿਨਾਂ ਪਲਟ ਪਈ ਸਭ ਖੇਹ। ਜਿੰਨੀਆਂ ਦੇਹਾਂ ਪੈਦਾ ਹੋਈਆਂ ਸਨ, ਜਿੰਨੇ ਜੀਵਾਂ ਨੇ ਸਰੀਰ ਧਾਰਨ ਕੀਤੇ ਸਨ, ਤੇ ਉਹ ਮੁੜ ਕੇ ਫਿਰ ਖੇਹ ਵਿੱਚ ਹੀ ਰਲ ਗਏ, ਮਿੱਟੀ ਵਿੱਚ ਹੀ ਰਲ ਗਏ। ਭਾਵ ਸੂਰਜ ਤੇ ਚੰਦਰਮਾ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਤਾਰੀਖਾਂ ਦੇ ਵਿੱਚ, ਦਿਨ ਤੇ ਰਾਤ ਦੇ ਸਮੇਂ ਦੇ ਵਿੱਚ ਸਾਰੇ ਸਰੀਰ ਪੈਦਾ ਹੋਏ ਨੇ। ਪਰ ਗੁਰੂ ਦੀ ਪ੍ਰਾਪਤੀ ਤੇ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਮੁੜ ਕੇ ਫਿਰ ਉਹ ਖੇਹ ਹੋ ਗਏ। ਭਾਵ ਉਹ ਸਰੀਰ ਧਾਰਨ ਕੀਤੇ ਬੇਮੈਨਾ ਹੋ ਗਏ। ਜਹ ਅਨ ਭਉ ਤਹ ਭੈ ਨਹੀਂ, ਜਹ ਭਉ ਤਹ ਹਰਿ ਨਾਹੇ। ਲੋ ਭਗਤ ਜੀ ਅੱਗੇ ਸਿੱਖਿਆ ਦਿੰਦੇ ਹਨ, ਨਿਰਭਉ ਅਵਸਥਾ ਕਿਵੇਂ ਪ੍ਰਾਪਤ ਹੋ ਸਕਦੀ ਹੈ। ਤਾਂ ਭਗਤ ਕਬੀਰ ਜੀ ਫਰਮਾਉਂਦੇ ਨੇ, ਜਹ ਅਨ ਭਉ, ਜਿੱਥੇ ਵਾਹਿਗੁਰੂ ਦਾ ਅਨੁਭਵ ਗਿਆਨ ਪ੍ਰਗਟ ਹੋ ਜਾਂਦਾ ਹੈ, ਤਹ ਭੈ ਨਹੀਂ, ਫਿਰ ਉੱਥੇ ਭੈ ਨਹੀਂ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਸਲੀ ਗਿਆਨੀ ਗਿਆਨਵਾਨ ਪੁਰਸ਼ ਦੀ ਇਹ ਅਵਸਥਾ ਲਿਖੀ ਹੈ। ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੀਮਨਾ ਗਿਆਨੀ ਤਾਹੇ ਬਖਾਨ। ਅਨੁਭਵ ਦਾ ਅਰਥ ਗਿਆਨ, ਵੀ ਜਿੱਥੇ ਗਿਆਨ ਪ੍ਰਗਟ ਹੋ ਜਾਂਦਾ ਉੱਥੇ ਮੌਤ ਦਾ ਭੈ ਨਹੀਂ ਰਹਿੰਦਾ। ਜਹ ਪਉ ਤਹ ਹਰਿ ਨਾਹੀ, ਤੇ ਜਿੱਥੇ ਭੈ ਹੋਵੇ, ਡਰ ਬਣਿਆ ਹੋਵੇ, ਉੱਥੇ ਫਿਰ ਪਰਮੇਸ਼ਰ ਨਹੀਂ ਆ ਸਕਦਾ। ਦੂਜਾ ਇਹਦਾ ਅਰਥ ਇਉਂ ਵੀ ਵਿਦਵਾਨਾਂ ਨੇ ਕੀਤਾ, ਅਨਭਉ ਦਾ ਅਰਥ ਹੈ ਨੰਨਾ ਮੁਕਤ ਹੈ ਨਾ। ਅਨਭਉ ਦਾ ਅਰਥ ਭੈ ਤੋਂ ਰਹਿਤ ਕੌਣ ਹੈ। ਆਪਾਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਹਾਂ, ਉਹਦੇ ਵਿੱਚ ਸ਼ਬਦ ਆਉਂਦੇ ਨੇ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਨਿਰਭਉ ਪਰਮੇਸ਼ਰ ਲਈ ਸ਼ਬਦ ਵਰਤਿਆ। ਅਨਭਉ ਦਾ ਅਰਥ ਹੋ ਗਿਆ ਨਿਰਭਉ ਸਰੂਪ ਵਾਹਿਗੁਰੂ।
ਜਹ ਅਨਭਉ, ਜਿੱਥੇ ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਆ ਜਾਂਦਾ ਹੈ, ਤਹ ਭੈ ਨਹੀਂ। ਫਿਰ ਉੱਥੇ ਕਿਸੇ ਕਿਸਮ ਦਾ ਵੀ 7 ਪ੍ਰਕਾਰ ਦੇ ਭੈ ਮੰਨੇ ਨੇ। ਇਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਨ ਰੱਖਿਆ ਅਰ ਗੁਪਤ ਪੈ, ਅਕਸ ਮਾਤਰ ਪੈ ਸਾਤ। ਉਹ ਸਭ ਤਰ੍ਹਾਂ ਦੇ ਪੈ ਉੱਥੇ ਨਹੀਂ ਰਹਿ ਸਕਦੇ। ਜਹ ਪਉ ਤਹ ਹਰ ਨਾਹੀਂ। ਜਿੱਥੇ ਫਿਰ ਭੈ ਹੈ ਮੌਤ ਦਾ, ਕਾਲ ਦਾ, ਉੱਥੇ ਮਤਲਬ ਵਾਹਿਗੁਰੂ ਪਰਮੇਸ਼ਰ ਹਾਲੇ ਪ੍ਰਗਟ ਨਹੀਂ ਹੋਇਆ। ਜਦੋਂ ਵਾਹਿਗੁਰੂ ਸਾਡੇ ਹਿਰਦੇ ਵਿੱਚ ਪ੍ਰਗਟ ਹੋ ਜਾਵੇ, ਮੌਤ ਦਾ ਭੈ ਦੂਰ ਹੋ ਜਾਂਦਾ ਹੈ। ਅਤੇ ਜੇ ਮੌਤ ਦਾ ਭੈ ਹਾਲੇ ਸਾਨੂੰ ਡਰਾ ਰਿਹਾ ਹੈ, ਤੇ ਸਮਝ ਲਓ ਹਾਲੇ ਸਾਡੇ ਅੰਦਰ ਵਾਹਿਗੁਰੂ ਪ੍ਰਗਟ ਨਹੀਂ ਹੋਇਆ। ਕਹਿਓ ਕਬੀਰ ਵਿਚਾਰ ਕੈ, ਸੰਤ ਸੁਨਹੁ ਮਨ ਮਾਹੇ। ਕਬੀਰ ਭਗਤ ਜੀ ਕਹਿੰਦੇ ਇਹ ਜਿਹੜੀ ਗੱਲ ਹੈ ਨਾ, ਬੜੀ ਡੂੰਘੀ ਹੈ। ਬਹੁਤ ਸੋਚ ਵਿਚਾਰ ਕੇ ਅਸੀਂ ਤੁਹਾਨੂੰ ਦੱਸਿਆ ਹੈ। ਇਹ ਰੱਬ ਦੇ ਪਿਆਰੇ ਸੰਤ ਜਨੋ, ਨਾਮ ਜਪਣ ਵਾਲਿਓ, ਭਗਤੀ ਕਰਨ ਵਾਲਿਓ, ਤੁਸੀਂ ਮਨ ਦੇ ਵਿੱਚ ਸੁਣੋ, ਮਨ ਦੇ ਕੰਨਾਂ ਦੇ ਨਾਲ ਸੁਣੋ। ਜੋ ਅਸੀਂ ਕਹਿ ਰਹੇ ਹਾਂ ਬਿਲਕੁਲ ਸੱਚ ਹੈ। ਕਬੀਰ ਜਿਨਹੁ ਕਿਛੂ ਜਾਣਿਆ ਨਹੀਂ, ਤਿਨ ਸੁਖ ਨੀਂਦ ਬਿਹਾਏ। ਅਥਵਾ ਸੰਤ ਸੁਣੋ ਮਨ ਮਾਹੇ। ਸੰਤੋ ਪਹਿਲਾਂ ਸੁਣੋ ਧਿਆਨ ਦੇ ਨਾਲ, ਮਨ ਮਾਹੇ, ਫਿਰ ਇਹਨੂੰ ਮਨ ਵਿੱਚ ਵਸਾਓ। ਸੁਣ ਉਪਦੇਸ਼ ਹਿਰਦਾ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਲਓ ਹੁਣ ਅੱਗੇ ਕਬੀਰ ਭਗਤ ਜੀ ਫਰਮਾਉਂਦੇ ਨੇ, ਦੁਨੀਆ ਦੇ ਵਿੱਚ ਕਈ ਇਹੋ ਜਿਹੇ ਪ੍ਰਮਾਦੀ ਪੁਰਖ ਨੇ, ਬੜੀ ਲਾਪਰਵਾਹੀ ਦੇ ਵਿੱਚ ਉਹ ਜੀਵਨ ਬਸਰ ਕਰਦੇ ਹਨ ਅਤੇ ਬੜੀ ਸੁੱਖ ਦੀ ਨੀਂਦ ਵੀ ਸੌਂਦੇ ਨੇ। ਜਿਹੜੇ ਆਦਮੀ ਮਾੜੀ ਮਾੜੀ ਗੱਲ 'ਤੇ ਕੋਈ ਨਾ ਕੋਈ ਚਿੰਤਾ ਫਿਕਰ ਕਰਨ ਲੱਗ ਜਾਂਦੇ ਨੇ, ਉਹ ਸੁੱਖ ਦੀ ਜ਼ਿੰਦਗੀ ਨਹੀਂ ਭੋਗ ਸਕਦੇ। ਕਬੀਰ ਭਗਤ ਜੀ ਫਰਮਾਉਂਦੇ ਨੇ, ਕਬੀਰ ਜਿਨਹੂ ਕਿਛੂ ਜਾਣਿਆ ਨਹੀਂ, ਵੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਮਕਸਦ ਨੂੰ, ਜੀਵਨ ਦੇ ਲਕਸ਼ ਨੂੰ, ਆਪਣੇ ਜੀਵਨ ਦੇ ਪ੍ਰਯੋਜਨ ਨੂੰ ਰਤਾ ਮਾਤਰ ਵੀ ਨਹੀਂ ਜਾਣਿਆ। ਤਿੰਨ ਸੁਖ ਨੀਂਦ ਬਿਹਾਏ, ਬਈ ਉਹਨਾਂ ਦੀ ਜਿਹੜੀ ਰਾਤ ਹੈ ਬੜੀ ਸੁੱਖ ਦੀ ਨੀਂਦ ਵਿੱਚ ਲੰਘਦੀ ਹੈ। ਭਾਵ ਜਿਹੜੇ ਲੋਕ ਪਰਮਾਰਥ ਤੋਂ ਸੱਖਣੇ ਨੇ, ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੀ ਨਹੀਂ ਅਸੀਂ ਆਏ ਕਾਹਦੇ ਵਾਸਤੇ ਹਾਂ, ਅਸੀਂ ਇੱਥੇ ਆ ਕੇ ਗੁਰੂ ਧਾਰਨ ਕਰਨਾ ਸੀ, ਇੱਥੇ ਆ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਸੀ, ਜਿਨ੍ਹਾਂ ਨੇ ਆਪਣੇ ਜੀਵਨ ਦੇ ਮਨੋਰਥ ਨੂੰ ਸਮਝਿਆ ਹੀ ਨਹੀਂ, ਉਹ ਤਾਂ ਸੁੱਖ ਦੀ ਨੀਂਦ ਸੌਂਦੇ ਨੇ। ਜਿਹੜੇ ਨਗੁਰੇ ਨੇ, ਨਾਸਤਕ ਬੰਦੇ ਨੇ, ਅਤੇ ਉਹ ਬੜੀ ਸੁੱਖ ਦੇ ਨਾਲ, ਆਪਣੀ ਬੜੀ ਚੈਨ ਦੇ ਨਾਲ ਉਹ ਆਪਣੀ ਉਮਰ ਨੂੰ ਬਤੀਤ ਕਰਦੇ ਹਨ। ਹਮ ਹੋ ਜੋ ਬੂਝਾ ਬੂਝਣਾ, ਪੂਰੀ ਪਰੀ ਬਲਾਏ। ਕਬੀਰ ਭਗਤ ਜੀ ਕਹਿੰਦੇ ਨੇ, ਹਮ ਹੋ ਜੋ ਬੂਝਾ ਬੂਝਣਾ, ਜਿਹੜਾ ਅਸੀਂ ਇਸ ਬੁਝਾਰਤ ਨੂੰ ਬੁੱਝਣ ਦਾ ਯਤਨ ਕੀਤਾ ਹੈ, ਵੀ ਇਹ ਜੀਵਨ ਕਾਹਦੇ ਵਾਸਤੇ ਮਿਲਿਆ। ਇਹ ਸਰੀਰਾ ਮੇਰੇ ਆ, ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਤੂ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਿ ਨਾਨਕਿਓ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਜਿਨ੍ਹਾਂ ਨੇ ਜੀਵਨ ਦੇ ਮਨੋਰਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਫਿਰ ਉਹ ਸਾਧਨਾ ਦੇ ਵਿੱਚ ਜੁਟ ਗਏ। ਪੂਰੀ ਪਰੀ ਬਲਾਏ, ਭਗਤ ਜੀ ਕਹਿੰਦੇ ਹੁਣ ਸਾਡੇ ਤੇ ਗਲ ਵਿੱਚ ਬਲਾ ਪੈ ਗਈ ਹੈ। ਇਹਦਾ ਮਤਲਬ ਇਹ ਹੈ, ਭਗਤੀ ਕਰਨੀ ਕੋਈ ਸੌਖਾ ਕੰਮ ਨਹੀਂ ਹੈ, ਸਿੱਖੀ ਕਮਾਉਣੀ ਕੋਈ ਸੌਖਾ ਕੰਮ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਗੁਰ ਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀਅਤ ਪੀੜੀ। ਉੱਪਰ ਟਿਕੈ ਨਾ ਪੁਣਹਣਾ, ਚੱਲ ਨਾ ਸਕੈ ਉੱਪਰ ਕੀੜੀ। ਭਗਤੀ ਦਾ ਮਾਰਗ ਵੀ ਖੰਨੇ ਹੋ ਤਿੱਖੀ ਵਾਲੋਂ ਨਿੱਕੀ ਵਾਲਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ, ਹੁਣ ਜਦੋਂ ਦਾ ਮੈਂ ਜੀਵਨ ਦੇ ਮਨੋਰਥ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਮੈਂ ਉਦੋਂ ਦਾ ਹੀ ਭਗਤੀ ਵਿੱਚ ਲੱਗਿਆ ਹੋਇਆ ਹਾਂ। ਮਨ ਨੂੰ ਸਾਧਨ ਦਾ ਯਤਨ ਕਰ ਰਿਹਾ ਹਾਂ, ਔਗੁਣਾਂ ਨੂੰ, ਵਿਕਾਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਬੜਾ ਵਿਖੜਾ ਮਾਰਗ ਹੈ।
ਇਸੇ ਲਈ ਹੁਣ ਇਹ ਸਾਡੇ ਗਲ ਦੇ ਵਿੱਚ ਤਾਂ ਪੂਰੀ ਬਲਾ ਪੈ ਗਈ ਹੈ, ਜਹਿਮਤ ਚਿੰਬੜ ਗਈ ਹੈ। ਕਬੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੈ ਔਰ। ਲੋ ਭਗਤ ਜੀ ਕਹਿੰਦੇ ਨੇ, ਮੈਂ ਜਦੋਂ ਗੁਰੂ ਦੀ ਸ਼ਰਨ ਵਿੱਚ ਗਿਆ ਨਾ, ਪਹਿਲਾਂ ਤੇ ਕਬੀਰ ਭਗਤ ਜੀ ਰਾਮਾਨੰਦ ਜੀ ਦੇ ਪਾਸ ਗਏ ਸਨ। ਇਹਨਾਂ ਦੀ ਨੀਵੀਂ ਜਾਤ ਹੋਣ ਕਰਕੇ, ਕਿਉਂਕਿ ਮੁਸਲਮਾਨ ਜੁਲਾਹੇ ਸਨ, ਗੈਰ ਮਜ਼ਹਬ ਦੇ ਵਿੱਚ ਪੈਦਾ ਹੋਏ ਸਨ, ਨੀਵੀਂ ਜਾਤ ਦੇ ਸਨ, ਉਹਨਾਂ ਨੇ ਉਪਦੇਸ਼ ਨਾ ਦਿੱਤਾ। ਫਿਰ ਸੋਚਿਆ ਵੀ ਉਪਦੇਸ਼ ਲੈਣਾ ਤੇ ਪਵੇਗਾ। ਗੰਗਾ ਘਾਟ ਦੇ ਪੌੜੀਆਂ ਵਿੱਚ ਜਾ ਕੇ ਲੇਟ ਗਏ। ਅੰਮ੍ਰਿਤ ਵੇਲੇ ਰਾਮਾਨੰਦ ਇਸ਼ਨਾਨ ਕਰਨ ਵਾਸਤੇ ਆਏ। ਰਸਤੇ ਵਿੱਚ ਕਬੀਰ ਜੀ ਲੇਟੇ ਹੋਏ ਸਨ ਅਤੇ ਉਹਨਾਂ ਦਾ ਪੈਰ ਉਹਨਾਂ ਵਿੱਚ ਅਟਕਿਆ। ਜੋ ਪੈਰ ਅਟਕਿਆ, ਉਹਨਾਂ ਦੇ ਪੈਰਾਂ ਵਿੱਚ ਪਊਏ ਪਾਏ ਹੋਏ ਸਨ, ਖੜਾਵਾਂ ਪਾਈਆਂ ਹੋਈਆਂ ਸਨ, ਅਤੇ ਜਦੋਂ ਵੱਖੀ ਵਿੱਚ ਜਾ ਕੇ ਉਹਨਾਂ ਦੇ ਖੜਾਮ ਦੀ ਚੋਟ ਲੱਗੀ ਅਤੇ ਕਬੀਰ ਭਗਤ ਜੀ ਅੱਬੜ ਵਾਹੇ ਉੱਠੇ ਅਤੇ ਰਾਮਾਨੰਦ ਜੀ ਕਹਿਣ ਲੱਗੇ, ਰਾਮ ਕੇ ਰਾਮ ਕਹੋ। ਉਹਨਾਂ ਨੇ ਸੋਚਿਆ ਸਾਨੂੰ ਰਾਮਾਨੰਦ ਜੀ ਨੇ ਉਪਦੇਸ਼ ਦਿੱਤਾ, ਅਤੇ ਉਹ ਰਾਮ ਰਾਮ ਜਪਣ ਲੱਗ ਪਏ। ਪਹਿਲਾਂ ਸਰਗੁਣ ਦੀ ਉਪਾਸ਼ਕ ਸਨ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਿਲਾਪ ਹੋ ਗਿਆ। ਭਾਈ ਲਹਿਣਾ ਸਿੰਘ ਕਬੀਰ ਪੰਥੀ ਜੀ ਨੇ ਲਿਖਿਆ ਕਿ ਜਦੋਂ ਗੁਰੂ ਮਹਾਰਾਜ ਦੂਜੀ ਵਾਰ ਕਾਂਸ਼ੀ ਵਿੱਚ ਗਏ, ਉੱਥੇ ਭਗਤ ਕਬੀਰ ਜੀ ਦੇ ਨਾਲ ਅਤੇ ਬਾਕੀ ਜਿਹੜੇ ਹੋਰ ਵੀ ਭਗਤ ਸਨ ਵੈਸ਼ਨਵ ਸੰਪਰਦਾਇ ਨਾਲ ਸੰਬੰਧ ਰੱਖਣ ਵਾਲੇ, ਉਹ ਸਾਰੇ ਹੀ ਗੁਰੂ ਮਹਾਰਾਜ ਨੂੰ ਮਿਲੇ, ਤਾਂ ਕਿ ਉਹਨਾਂ ਦੀ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਮਿਲਦੀ ਹੈ। ਉਹ ਸਾਰੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਸਨ, ਗਾਹੇ ਅਵਗਾਹੇ। ਇਸ ਲਈ ਉਹਨਾਂ ਨੂੰ ਮਿਲ ਕੇ ਫਿਰ ਉਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ ਅਤੇ ਨਿਰਗੁਣ ਦੇ ਵਿੱਚ ਅਭੇਦ ਹੋਏ ਸਨ। ਅਤੇ ਹੁਣ ਗੁਰੂ ਦੇ ਮਿਲਾਪ ਦਾ ਕੀ ਪ੍ਰਭਾਵ ਪਿਆ ਹੈ, ਉਹਦੇ ਬਾਰੇ ਭਗਤ ਕਬੀਰ ਜੀ ਸ਼ਲੋਕ ਦੇ ਵਿੱਚ ਉਚਾਰਨ ਕਰਦੇ ਹਨ। ਕੀ ਕਹਿੰਦੇ ਨੇ? ਕਬੀਰ ਮਾਰੇ ਬਹੁਤ ਪੁਕਾਰਿਆ, ਵੀ ਜਦੋਂ ਸਤਿਗੁਰੂ ਨੇ ਸਾਨੂੰ ਸ਼ਬਦ ਦਾ ਤੀਰ ਮਾਰਿਆ ਅਤੇ ਜਾਂ ਪ੍ਰੇਮ ਦਾ ਤੀਰ ਮਾਰਿਆ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਸ਼ਬਦ ਦਾ ਵੀ ਤੀਰ ਹੈ ਅਤੇ ਪ੍ਰੇਮ ਦਾ ਵੀ ਤੀਰ ਹੈ। ਸਤਿਗੁਰੂ ਨੇ ਸ਼ਬਦ ਦਾ ਬਾਣ ਸਾਨੂੰ ਮਾਰਿਆ। ਜਦੋਂ ਉਹ ਤੀਰ ਸਾਡੇ ਸੀਨੇ ਵਿੱਚ ਜਾ ਕੇ ਵੱਜਿਆ, ਕਬੀਰ ਮਾਰੇ ਬਹੁਤ ਪੁਕਾਰਿਆ, ਮੈਂ ਵੀ ਉੱਚੀ ਉੱਚੀ ਧਾਹਾਂ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਕਿਸੇ ਦੇ ਸੀਨੇ ਵਿੱਚ ਤੀਰ ਵੱਜ ਜਾਵੇ ਅਤੇ ਉਹਦੀ ਤਕਲੀਫ, ਉਹਦੀ ਪੀੜਾ ਸਹਿਣ ਕਰਨੀ ਬਹੁਤ ਔਖੀ ਹੈ। ਹੁਣ ਸਤਿਗੁਰੂ ਨੇ ਐਸਾ ਸ਼ਬਦ ਦਾ ਤੀਰ ਮਾਰਿਆ, ਮੈਂ ਉੱਚੀ ਉੱਚੀ ਰੋਣ ਲੱਗਿਆ, ਅਤੇ ਜਦੋਂ ਉਸ ਤੀਰ ਨੂੰ ਕੱਢਣ ਲੱਗੇ, ਪੀਰ ਹੋਰ ਪੀੜ ਹੋਈ। ਪੀਰ ਪੁਕਾਰਾ ਔਰ, ਅਤੇ ਫਿਰ ਮੈਂ ਹੋਰ ਰੌਲਾ ਪਾ ਦਿੱਤਾ। ਹੁਣ ਜਦੋਂ ਇਹ ਜਿਹੜਾ ਪ੍ਰੇਮ ਹੈ ਨਾ, ਅਣਿਆਲਾ ਤੀਰ ਹੈ। ਪੁਰਾਣੇ ਸਮੇਂ ਵਿੱਚ ਸੂਰਮੇ ਜਿਹੜੇ ਤੀਰ ਚਲਾਉਂਦੇ ਸਨ, ਅਤੇ ਇੱਕ ਤਾਂ ਸਿੱਧੇ ਤੀਰ ਸਨ, ਇੱਕ ਤਿੱਖੀਆਂ ਕੁੰਡੀਆਂ ਵਾਲੇ ਤੀਰ ਸਨ, ਅਤੇ ਜਦੋਂ ਉਹ ਜਾ ਕੇ ਕਿਸੇ ਦੇ ਸੀਨੇ ਵਿੱਚ ਖੁੱਭਦੇ ਸਨ, ਜਦੋਂ ਉਹਨਾਂ ਨੂੰ ਬਾਹਰ ਖਿੱਚ ਕੇ ਕੱਢਿਆ ਜਾਂਦਾ ਸੀ ਅਤੇ ਨਾਲ ਹੀ ਅੰਦਰਾਂ ਬਾਹਰ ਨੂੰ ਖਿੱਚ ਲਿਆਉਂਦੇ ਸਨ। ਬੜੀ ਤਕਲੀਫ ਹੁੰਦੀ ਸੀ। ਇਸੇ ਲਈ ਪ੍ਰੇਮ ਦੇ ਅਣਿਆਲੇ ਤੀਰ ਜਦੋਂ ਸਾਨੂੰ ਵੱਜੇ ਨਾ, ਭਗਤ ਜੀ ਕਹਿੰਦੇ ਨੇ, ਜਦੋਂ ਪਹਿਲੀ ਵਾਰੀ ਤੀਰ ਮੇਰੇ ਸੀਨੇ ਵਿੱਚ ਖੁੱਭਿਆ, ਮੈਂ ਉੱਚੀ ਦੇਣੇ ਧਾ ਮਾਰੀ, ਉੱਚੀ ਦੇਣੇ ਚੀਕ ਮਾਰੀ, ਉੱਚੀ ਪੁਕਾਰਿਆ, ਉੱਚੀ ਉੱਚੀ ਰੋਇਆ, ਅਤੇ ਜਦੋਂ ਉਸ ਤੀਰ ਨੂੰ ਹਿਲਾਇਆ ਅਤੇ ਫਿਰ ਹੋਰ ਪੀੜ ਪੈਦਾ ਹੋਈ। ਫਿਰ ਮੈਂ ਹੋਰ ਅੱਗੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਲਾਗੀ ਚੋਟ ਮਰਮ ਕੀ, ਰਹਿਓ ਕਬੀਰਾ ਠੌਰ। ਕਬੀਰ ਭਗਤ ਜੀ ਕਹਿੰਦੇ ਮਰਮ ਦਾ ਅਰਥ ਹੈ ਜਿਹੜਾ ਕੋਮਲ ਆਸਾਨ ਸਾਡਾ ਹਿਰਦਾ ਹੈ, ਸਾਡਾ ਸੀਨਾ ਹੈ, ਉਹਦੇ ਉੱਤੇ ਉਸ ਤੀਰ ਦੀ ਚੋਟ ਲੱਗੀ ਹੈ। ਜਿਹੜਾ ਸਤਿਗੁਰੂ ਨੇ ਸ਼ਬਦ ਦਾ ਤੀਰ ਮਾਰਿਆ, ਉਹ ਸਾਡੇ ਸੀਨੇ ਵਿੱਚ ਜਾ ਕੇ ਖੁੱਭ ਗਿਆ। ਭਗਤ ਜੀ ਕਹਿੰਦੇ ਨੇ, ਰਹਿਓ ਕਬੀਰਾ ਠੌਰ, ਅਤੇ ਕਬੀਰ ਭਗਤ ਥਾਂ ਹੀ ਰਹਿ ਗਿਆ। ਐਸਾ ਤੀਰ ਸੀਨੇ ਵਿੱਚ ਖੁੱਭਿਆ
ਅਤੇ ਮੈਂ ਉੱਥੇ ਜੋਗਾ ਹੀ ਰਹਿ ਗਿਆ। ਮੈਥੋਂ 2 ਇੰਚ ਵੀ ਅੱਗੇ ਪਿੱਛੇ ਜਾਣ ਦੀ ਹਿੰਮਤ ਨਾ ਰਹੀ। ਜਦੋਂ ਪਾਏ ਸਤਿਗੁਰੂ ਸ਼ਬਦ ਦਾ ਤੀਰ ਮਾਰ ਦਿੰਦੇ ਨੇ ਅਤੇ ਫਿਰ ਮਨੁੱਖ ਦੀ ਇਹੋ ਜਿਹੀ ਹਾਲਤ ਹੁੰਦੀ ਹੈ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਲੋ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਗੁਰੂ ਦੇ ਸ਼ਬਦ ਦਾ ਤੀਰ ਸਹਾਰਨਾ ਬਹੁਤ ਔਖਾ ਹੈ। ਜਿਹੜਾ ਸੇਲਾ ਹੈ, ਤਿੱਖੀ ਨੋਕ ਵਾਲਾ ਨੇਜਾ ਹੁੰਦਾ ਹੈ, ਉਹਦੀ ਚੋਟ ਨੂੰ ਸਹਾਰਨਾ, ਜੇ ਕੋਈ ਸਿੱਧਾ ਸੀਨੇ ਦੇ ਵਿੱਚ ਤੱਕ ਕੇ ਨੇਜਾ ਮਾਰ ਦੇਵੇ, ਉਸ ਚੋਟ ਨੂੰ ਸਹਾਰਨਾ ਸੌਖਾ ਹੈ। ਲਾਗਤ ਲੈ ਉਸਾਸ, ਜਦੋਂ ਨੇਜਾ, ਜਦੋਂ ਸੇਲਾ ਦਿਲ ਦੇ ਵਿੱਚ ਜਾ ਕੇ ਵੱਜਦਾ ਹੈ, ਸੀਨੇ ਵਿੱਚ ਜਾ ਕੇ ਖੁੱਭਦਾ ਹੈ, ਲਾਗਤ ਲੈ ਉਸਾਸ, ਉਸ ਵੇਲੇ ਇੱਕ ਵਾਰੀ ਆਦਮੀ ਖਿੱਚ ਕੇ ਸਾਹ ਲੈਂਦਾ। ਜਦੋਂ ਸੀਨੇ ਵਿੱਚ ਨੇਜਾ ਵੱਜਦਾ, ਨੇਜਾ ਖੁੱਭਦਾ ਹੈ ਅਤੇ ਆਦਮੀ ਇੱਕਦਮ ਖਿੱਚ ਕੇ ਸਾਹ ਲੈਂਦਾ, ਅਤੇ ਇਸ ਲਈ ਉਸ ਨੇਜੇ ਦੀ ਚੋਟ ਨੂੰ ਸਹਾਰਨਾ ਸੌਖਾ ਹੈ। ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਜਿਹੜਾ ਗੁਰੂ ਕੇ ਸ਼ਬਦ ਰੂਪੀ ਬਾਣ ਦੀ ਚੋਟ ਸਹਾਰ ਲਵੇ ਨਾ, ਅਤੇ ਮੈਂ ਉਹਨੂੰ ਸੂਰਮਾ ਸਮਝਦਾ ਹਾਂ, ਉਹ ਮੇਰਾ ਗੁਰੂ ਹੈ ਅਤੇ ਮੈਂ ਉਹਦਾ ਦਾਸ ਹਾਂ। ਜਿਹੜਾ ਗੁਰੂ ਸ਼ਬਦ ਦੀ ਚੋਟ ਸਹਾਰ ਲਵੇ। ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਇੱਕ ਸੈਦ ਖਾਂ ਫੌਜਾਂ ਦਾ ਜਰਨੈਲ ਸੀ। ਉਸ ਦੀ ਡਿਊਟੀ ਲੱਗੀ ਤੂੰ ਅਨੰਦਪੁਰ ਸਾਹਿਬ ਚੜ੍ਹਾਈ ਕਰਕੇ ਜਾਣਾ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜੰਗ ਕਰਕੇ ਜਿਉਂਦਿਆਂ ਜਾਂ ਉਹਨਾਂ ਨੂੰ ਸ਼ਹੀਦ ਕਰਕੇ ਅਤੇ ਸਰਕਾਰੀ ਦਰਬਾਰੇ ਪੇਸ਼ ਕਰਨਾ। ਇਹਦੀ ਭੈਣ ਪੀਰ ਬੁੱਧੂ ਸ਼ਾਹ ਦੇ ਘਰ ਵਿੱਚ ਸੀ, ਉਹਨਾਂ ਕੋਲ ਰੁਕਿਆ ਅਤੇ ਭੈਣ ਨੇ ਪੁੱਛ ਲਿਆ, ਵੀਰਾ ਕਿੱਧਰ ਜਾ ਰਹੇ ਹੈ? ਕਹਿਣ ਲੱਗਾ, ਮੈਂ ਅਨੰਦਪੁਰ ਸਾਹਿਬ ਜਾ ਰਿਹਾ। ਕਾਹਦੇ ਲਈ? ਜੰਗ ਕਰਨ ਦੇ ਵਾਸਤੇ। ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਬੀਬੀ ਕਹਿਣ ਲੱਗੀ, ਭਲਿਆ ਲੋਕਾ, ਉਹ ਤਾਂ ਸਾਡੇ ਪੀਰ ਨੇ, ਸਾਡੇ ਮੁਰਸ਼ਦ ਨੇ, ਸਾਡੇ ਧਰਮ ਗੁਰੂ ਨੇ, ਤੂੰ ਉਹਨਾਂ ਨਾਲ ਜੰਗ ਕਰਨ ਵਾਸਤੇ ਜਾ ਰਹੇ ਹੈ? ਬੜੇ ਅਫਸੋਸ ਦੀ ਗੱਲ ਹੈ, ਅਸੀਂ ਉਹਨਾਂ ਨੂੰ ਪੂਜਦੇ ਹਾਂ, ਮੰਨਦੇ ਹਾਂ, ਤੂੰ ਉਹਨਾਂ ਨਾਲ ਜੰਗ ਕਰੇਂਗਾ? ਉਹ ਕਹਿੰਦਾ, ਜੇ ਮੈਨੂੰ ਕੋਈ ਉਹ ਆਪਣੀ ਕਰਾਮਾਤ ਦਿਖਾ ਦੇਣ, ਫਿਰ ਮੈਂ ਉਹਨਾਂ ਦਾ ਮੁਰੀਦ ਬਣ ਜਾਵਾਂਗਾ, ਨਹੀਂ ਤਾਂ ਫਿਰ ਮੈਂ ਉਹਨਾਂ ਨਾਲ ਜੰਗ ਜ਼ਰੂਰ ਕਰਾਂਗਾ। ਇੰਨਾ ਕਹਿ ਕੇ ਸੈਦ ਖਾਂ ਚੱਲ ਪਿਆ। ਉੱਧਰੋਂ ਇਹਦੀ ਭੈਣ ਪੀਰ ਬੁੱਧੂ ਸ਼ਾਹ ਦੀ ਪਤਨੀ, ਉਹ ਅਰਦਾਸਾਂ ਕਰਨ ਲੱਗੀ, ਸੱਚੇ ਪਾਤਸ਼ਾਹ ਮੇਰਾ ਭਰਾ ਭੁੱਲ ਗਿਆ, ਇਹ ਤੁਹਾਡੇ 'ਤੇ ਚੜ੍ਹਾਈ ਕਰਕੇ ਆ ਰਿਹਾ, ਤੁਸੀਂ ਇਹਨੂੰ ਬਖਸ਼ ਲਓ, ਆਪਣੇ ਚਰਨੀ ਲਾ ਲਓ। ਉੱਧਰੋਂ ਸੈਦ ਖਾਂ ਅੰਮ੍ਰਿਤ ਵੇਲਾ ਸੀ, ਨਮਾਜ਼ ਪੜ੍ਹ ਰਿਹਾ ਸੀ ਅਤੇ ਨਾਲ ਹੀ ਦੁਆ ਕਰਨ ਲੱਗਿਆ, ਹੇ ਕਲਗੀਧਰ ਪਾਤਸ਼ਾਹ, ਐ ਗੁਰੂ ਗੋਬਿੰਦ ਸਿੰਘ ਸਾਹਿਬ, ਜੇ ਤੂੰ ਪੀਰਾਂ ਦਾ ਪੀਰ ਹੈ, ਫਿਰ ਤੂੰ ਮੈਨੂੰ ਇੱਥੇ ਦਰਸ਼ਨ ਦੇ, ਮੈਂ ਤੇਰਾ ਮੁਰੀਦ ਬਣਨ ਲਈ ਆਇਆ ਹਾਂ। ਮਨ ਹੀ ਮਨ ਦੇ ਵਿੱਚ ਇਹ ਅਰਦਾਸਾਂ ਕਰ ਰਿਹਾ ਸੀ। ਉਸ ਵੇਲੇ ਇੱਕ ਬੜਾ ਅਸਚਰਜ ਕੌਤਕ ਵਾਪਰਿਆ। ਉਹ ਕੌਤਕ ਕੀ ਸੀ? ਕਲਗੀਧਰ ਪਾਤਸ਼ਾਹ ਘੋੜੇ 'ਤੇ ਸਵਾਰ ਹੋਏ, ਸਾਰੇ ਦਲਾਂ ਨੂੰ ਚੀਰਦੇ ਹੋਏ, ਜਿੱਥੇ ਸੈਦ ਖਾਂ ਦੁਆ ਕਰ ਰਿਹਾ ਸੀ, ਅਰਦਾਸ ਕਰ ਰਿਹਾ ਸੀ, ਇਹਦੇ ਕੋਲ ਪਹੁੰਚ ਗਏ ਅਤੇ ਜਾ ਕੇ ਇਸ ਨੂੰ ਲਲਕਾਰਿਆ, ਵੰਗਾਰਿਆ। ਕਹਿਣ ਲੱਗੇ, ਸੈਦ ਖਾਂ ਜਿਹਨੂੰ ਯਾਦ ਕਰ ਰਿਹਾ ਸੀ, ਅਸੀਂ ਆ ਗਏ ਹਾਂ, ਚੁੱਕ ਹਥਿਆਰ, ਕਰ ਜੰਗ। ਬਸ ਜਦੋਂ ਇਹਨੇ ਨੇਤਰ ਖੋਲ੍ਹੇ, ਕਲਗੀਧਰ ਪਾਤਸ਼ਾਹ ਦੇ ਮੁਬਾਰਕ ਚਰਨਾਂ 'ਤੇ ਡਿੱਗ ਪਿਆ। ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਹੁਣ ਉੱਠਣ ਜੋਗਾ ਛੱਡਿਆ ਹੀ ਨਹੀਂ, ਮੈਂ ਹੁਣ ਤੁਹਾਡਾ ਮੁਰੀਦ ਹਾਂ, ਜਿੱਥੇ ਮਰਜ਼ੀ ਲਿਜਾਣਾ ਲੈ ਜਾਓ, ਮੈਂ ਹੁਣ ਕੁਝ ਨਹੀਂ ਕਰ ਸਕਦਾ। ਗੁਰੂ ਮਹਾਰਾਜ ਨੇ ਆਪਣੇ ਘੋੜੇ ਦੀ ਪਿੱਠ 'ਤੇ ਨਾਲ ਹੀ ਬਿਠਾਇਆ
ਤੇ ਸੈਦ ਖਾਂ ਨੂੰ ਘੋੜੇ 'ਤੇ ਬਿਠਾ ਕੇ ਤੇ ਅਨੰਦਪੁਰ ਸਾਹਿਬ ਕਿਲ੍ਹੇ ਵਿੱਚ ਲੈ ਆਏ। ਤੇ ਲੋਕਾਂ ਦੇ ਭਾਣੇ ਵੀ ਗੁਰੂ ਮਹਾਰਾਜ ਫੌਜਾਂ ਦੇ ਜਰਨੈਲ ਨੂੰ ਅਗਵਾ ਕਰਕੇ ਲੈ ਗਏ ਨੇ, ਪਰ ਉਹਨਾਂ ਨੇ ਕੋਈ ਉਹਦੇ ਉੱਤੇ ਦੁਨਿਆਵੀ ਬਾਹਰੀ ਸ਼ਸਤਰ ਦਾ ਵਾਰ ਨਹੀਂ ਕੀਤਾ। ਸ਼ਬਦ ਦਾ ਬਾਣ ਮਾਰਿਆ ਸੀ, ਪ੍ਰੇਮ ਦਾ ਬਾਣ ਮਾਰਿਆ ਸੀ, ਉਹਦੇ ਨਾਲ ਹੀ ਉਹਨੂੰ ਮੁਰੀਦ ਬਣਾ ਲਿਆ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਬੜੇ ਵੱਡੇ ਤੀਰ ਅੰਦਾਜ਼ ਵੀ ਸਨ, ਉਹਨਾਂ ਦੇ ਤੀਰ ਕਈ ਕੂਹਾਂ ਤੱਕ ਮਾਰ ਕਰਦੇ ਸਨ, ਅਨੇਕਾਂ ਦੁਸ਼ਮਣਾਂ ਨੂੰ ਚੀਰ ਕੇ ਸੁੱਕੇ ਪਾਰ ਨਿਕਲ ਜਾਂਦੇ ਸਨ, ਪਰ ਉਹਨਾਂ ਦੇ ਕੋਲੇ ਸ਼ਬਦ ਦੇ ਤੀਰ ਵੀ ਸਨ, ਪ੍ਰੇਮ ਦੇ ਤੀਰ ਵੀ ਸਨ, ਉਹ ਅਧਿਆਤਮਕ ਗੁਰੂ ਵੀ ਸਨ, ਤੇ ਕਈਆਂ ਨੂੰ ਸ਼ਬਦ ਦੇ ਬਾਣਾਂ ਦੇ ਨਾਲ ਵਿੰਨ ਦਿੰਦੇ ਸਨ, ਤੇ ਸੈਦ ਖਾਂ ਨੂੰ ਸ਼ਬਦ ਦੇ ਬਾਣਾਂ ਦੇ ਨਾਲ ਵਿੰਨਿਆ। ਇਸੇ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜੇ ਨੇਜੇ ਦੀ ਨੋਕ ਸੀਨੇ ਵਿੱਚ ਖੁੱਭਦੀ ਹੈ, ਇੱਕ ਵਾਰੀ ਆਦਮੀ ਖਿੱਚ ਕੇ ਸਾਹ 'ਤੇ ਲੈ ਲੈਂਦਾ ਨਾ, ਉਸ ਚੋਟ ਨੂੰ ਸਹਾਰ ਲੈਂਦਾ, ਪਰ ਜਿਹੜੀ ਗੁਰੂ ਸ਼ਬਦ ਦੀ ਚੋਟ ਹੈ ਉਹਨੂੰ ਸਹਾਰਨਾ ਬਹੁਤ ਔਖਾ ਹੈ। ਤੇ ਜਿਹੜਾ ਉਸ ਨੂੰ ਸਹਾਰ ਲਵੇ ਉਹ ਮੇਰਾ ਗੁਰੂ ਹੈ, ਤੇ ਮੈਂ ਉਹਦਾ ਦਾਸ ਹਾਂ, ਮੈਂ ਉਸ ਦਾ ਨੌਕਰ ਹਾਂ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਕੁਛ ਵਿਦਵਾਨਾਂ ਨੇ ਅਰਥ ਇਹ ਵੀ ਕੀਤਾ ਹੈ, ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲਿਓ ਸਾਸ, ਵੀ ਉਹ ਸੇਲੇ ਦੀ ਚੋਟ ਸਹਾਰਨੀ ਸੌਖੀ ਹੈ, ਤੇ ਜਦੋਂ ਸੇਲਾ ਵੱਜਦਾ ਲਾਗਤ ਲਿਓ ਸਾਸ, ਉਹ ਲੱਗਣ ਸਾਰ ਹੀ ਕਹਿੰਦੇ ਸਾਹ ਖਿੱਚ ਲੈਂਦਾ, ਪਰ ਇਹ ਅਰਥ ਪੂਰਾ ਢੁਕਦਾ ਨਹੀਂ ਹੈ, ਕਿਉਂਕਿ ਅੱਗੇ ਸ਼ਬਦ ਦੇ ਬਾਣ ਦਾ ਅਸਰ ਬਾਹਰਲੇ ਸੇਲੇ ਦੇ ਨਾਲੋਂ, ਬਾਹਰਲੇ ਨਿਜ਼ੇ ਦੇ ਨਾਲੋਂ ਗਹਿਰਾ ਦਰਸਾਇਆ, ਵੱਡਾ ਦਰਸਾਇਆ। ਪਹਿਲਾ ਅਰਥ ਠੀਕ ਸਮਝਣਾ। ਕਬੀਰ ਭਗਤ ਜੀ ਫਰਮਾਉਂਦੇ ਨੇ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ। ਕੋਈ ਮੌਲਵੀ ਸੀ, ਮਸਜਿਦ ਦੇ ਮੁਨਾਰੇ 'ਤੇ ਬੁਰਜ 'ਤੇ ਚੜ੍ਹਿਆ, ਉੱਤੇ ਚੜ੍ਹ ਕੇ ਬਾਂਗ ਦੇ ਰਿਹਾ ਸੀ, ਉੱਚੀ ਆਵਾਜ਼ ਦੇ ਵਿੱਚ ਬੋਲ ਰਿਹਾ ਸੀ। ਭਗਤ ਕਬੀਰ ਜੀ ਉਸ ਵੇਲੇ ਸਿਮਰਨ ਦੇ ਵਿੱਚ ਬੈਠੇ ਸਨ। ਉਸ ਮੁੱਲਾ ਨੂੰ ਸੰਬੋਧਨ ਹੋ ਕੇ ਇਹ ਉਪਦੇਸ਼ ਦਿੱਤਾ, ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ। ਐ ਮੁੱਲਾ, ਐ ਮੌਲਵੀ ਸਾਹਿਬ, ਤੂੰ ਇਸ ਮਸਜਿਦ ਦੇ ਮੁਨਾਰੇ ਬੁਰਜ 'ਤੇ ਕਿਉਂ ਚੜ੍ਹਿਆ ਫਿਰਦਾ? ਰੱਬ ਦੇ ਘਰ ਦੇ ਉੱਤੇ ਉੱਚੀ ਥਾਂ 'ਤੇ ਕਿਉਂ ਚੜ੍ਹਿਆ ਫਿਰਦਾ? ਸਾਈਂ ਨਾ ਬਹਿਰਾ ਹੋਏ, ਤੂੰ ਉੱਚੀ ਉੱਚੀ ਬਾਂਗ ਦੇਣਾ, ਉੱਚੀ ਉੱਚੀ ਬੋਲ ਕੇ ਲੋਕਾਂ ਨੂੰ ਡਿਸਟਰਬ ਕਰਦਾ। ਕੀ ਸਾਈਂ ਖੁਦਾ ਬੋਲਾ ਤੇ ਨਹੀਂ ਹੈ? ਬਹਿਰਾ ਕਹਿੰਦੇ ਨੇ ਬੋਲੇ ਨੂੰ, ਜਿਹਨੂੰ ਸੁਣਦਾ ਨਾ ਹੋਵੇ, ਵੀ ਉਹ ਰੱਬ ਕਿਤੇ ਬੋਲਾ ਤੇ ਨਹੀਂ ਹੈ, ਜਿਸ ਨੂੰ ਉੱਚੀ ਉੱਚੀ ਬੋਲ ਕੇ ਪੁਕਾਰ ਰਿਹਾ ਹਾਂ। ਜਾ ਕਾਰਨ ਤੂੰ ਬਾਂਗ ਦੇਹ, ਦਿਲ ਹੀ ਭੀਤਰ ਜੋਏ। ਜਿਸ ਵਾਸਤੇ, ਭਾਵ ਜਿਸ ਰੱਬ ਨੂੰ ਸੁਣਾਉਣ ਵਾਸਤੇ ਤੂੰ ਉੱਚੀ ਬਾਂਗ ਦੇ ਰਿਹਾ ਹੈ, ਦਿਲ ਹੀ ਭੀਤਰ ਜੋਏ, ਉਹ ਕਿਤੇ ਦੂਰ ਤਾਂ ਨਹੀਂ, ਉਹ ਤੇਰੇ ਦਿਲ ਦੇ ਵਿੱਚ ਬੈਠਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕੰਮ। ਉਹਨੂੰ ਅੰਦਰ ਦੀ ਆਵਾਜ਼ ਸੁਣਦੀ ਆ, ਬਾਹਰਲੀ ਆਵਾਜ਼ ਨਹੀਂ ਸੁਣਦੀ। ਜਿਹੜੀਆਂ ਤੂੰ ਬਾਹਰੋਂ ਬਾਂਗਾਂ ਦੇਣਾ, ਇਹ ਲੋਕਾਂ ਨੂੰ ਡਿਸਟਰਬ ਕਰਦੀਆਂ ਨੇ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਇੱਕ ਬੜੀ ਸੁੰਦਰ ਗੱਲ ਲਿਖੀ ਹੈ। ਉਹ ਕਹਿੰਦੇ ਨੇ, ਹਾਥੀ ਕੀ ਚਿੰਗਾਰ ਪਲ ਪਾਛੇ ਪਹੁੰਚਤ, ਚੀਟੀ ਕੀ ਪੁਕਾਰ ਪਹਿਲੇ ਸੁਨੀਅਤ ਹੈ। ਹਾਥੀ ਬੜਾ ਉੱਚੀ ਚੀਕ ਮਾਰਦਾ ਹੈ, ਉਹਦੀ ਚੀਕ ਦਾ ਅਸਰ ਕੁਛ ਦੇਰ ਬਾਅਦ ਰੱਬ ਦੀ ਦਰਗਾਹ ਵਿੱਚ ਪਹੁੰਚਦਾ। ਚੀਟੀ ਕੀ ਪੁਕਾਰ ਪਹਿਲੇ ਸੁਨੀਅਤ, ਚੀਟੀ ਦਾ ਅਰਥ ਹੈ ਕੀੜੀ। ਕੀੜੀ ਬੜੀ ਛੋਟੀ ਹੁੰਦੀ ਹੈ, ਉਹਦੀ ਆਵਾਜ਼ ਵੀ ਸੁਣਾਈ ਨਹੀਂ ਦਿੰਦੀ, ਪਰ ਰੱਬ ਦੇ ਘਰ ਦੇ ਵਿੱਚ ਕੀੜੀ ਦੀ ਫਰਿਆਦ ਪਹਿਲਾਂ ਸੁਣੀ ਜਾਂਦੀ ਹੈ ਤੇ ਹਾਥੀ ਦੀ ਚੰਗਿਆੜ ਬਾਅਦ ਵਿੱਚ ਉੱਥੇ ਪਹੁੰਚਦੀ ਹੈ। ਇੱਥੋਂ ਇਹ ਸਿੱਖਿਆ ਮਿਲਦੀ ਹੈ, ਜਿਹੜੇ ਬਹੁਤੇ ਉੱਚੀ ਉੱਚੀ ਬੋਲ ਕੇ ਤੇ ਕਹਿੰਦੇ ਅਸੀਂ ਭਗਤੀ ਕਰਦੇ ਹਾਂ, ਤੇ ਜਾਂ ਅਸੀਂ ਲੋਕਾਂ ਨੂੰ ਜਗਾਉਂਦੇ ਹਾਂ, ਤੇ ਉਹ ਲੋਕਾਂ ਨੂੰ ਡਿਸਟਰਬ ਕਰਦੇ ਨੇ। ਭਗਤ ਜੀ ਕਹਿੰਦੇ ਨੇ, ਜੇ ਤੁਸੀਂ ਰੱਬ ਮੂਹਰੇ ਅਰਦਾਸ ਕਰਨੀ ਹੈ, ਉੱਚੀ ਬੋਲ ਕੇ ਲੋਕ ਸੁਣਦੇ ਨੇ, ਤੇ ਦਿਲ ਦੀ ਆਵਾਜ਼ ਨੂੰ ਰੱਬ ਸੁਣਦਾ। ਦਿਲੋਂ ਕਰੋ ਦੁਆ,
ਇਸੇ ਲਈ ਕਿਸੇ ਸ਼ਾਇਰ ਨੇ ਲਿਖਿਆ ਹੈ, मंजूर होती है दुआ जो दिल से होती है, मुश्किल तो ये है जो मुश्किल से होती है। रस्मी अरदासां तो आप सारे करते हैं, तो कई उच्ची उच्ची पूरा जोर ला के टिल ला के भी अरदासां करते हैं। उन्होंने लोग सुनते हैं, संगत सुनती है, रब नहीं सुनता। रब दिल की जबान नूं सुनता है, दिल की आवाज़ नूं सुनता है। इसलिए दिलों भावना दे नाल वाहिगुरू ਦੇ ਚਰਨਾਂ ਵਿੱਚ ਅਰਦਾਸ ਕਰੋ। ਸੇਖ ਸਬੂਰੀ ਬਾਹਰ ਕਿਆ ਹਜ ਕਾਬੇ ਜਾਏ। ਲੋ ਕੋਈ ਸ਼ੇਖ ਸੀ, ਮੁਸਲਮਾਨਾਂ ਦੀ ਇੱਕ ਬਿਰਧ ਜਾਤੀ ਹੈ। ਜਿਵੇਂ ਅੱਗੇ ਬਾਬਾ ਫਰੀਦ ਜੀ ਦੇ ਸ਼ਲੋਕ ਆਉਣਗੇ, ਉਹ ਵੀ ਸ਼ੇਖ ਹੀ ਸਨ। ਅਤੇ ਜਾਂ ਇਉਂ ਵੀ ਸੁਣਨ ਵਿੱਚ ਆਇਆ ਹੈ, ਭਗਤ ਕਬੀਰ ਜੀ ਅਤੇ ਬਾਬਾ ਫਰੀਦ ਜੀ ਕਿਸੇ ਸਮੇਂ ਮਿਲੇ ਸਨ ਆਪਸ ਵਿੱਚ। ਅਤੇ ਇਹ ਬਾਬਾ ਫਰੀਦ ਜੀ ਨੂੰ ਹੀ ਭਗਤ ਕਬੀਰ ਜੀ ਨੇ ਸ਼ਾਇਦ ਉਪਦੇਸ਼ ਦਿੱਤਾ ਹੋਵੇ। ਸ਼ੇਖ ਕੋਈ ਹੋਰ ਵੀ ਹੋ ਸਕਦਾ ਹੈ। ਸ਼ੇਖ ਜਾਤੀ ਦੇ ਬੜੇ ਲੋਕ ਨੇ। ਕਬੀਰ ਭਗਤ ਜੀ ਕਹਿੰਦੇ ਨੇ, ਸੇਖ ਸਬੂਰੀ ਬਾਹਰ, ਐ ਸ਼ੇਖ ਜੇ ਤੇਰੇ ਮਨ ਦੇ ਵਿੱਚ ਸਬਰ ਸੰਤੋਖ ਦੀ ਭਾਵਨਾ ਪੈਦਾ ਨਹੀਂ ਹੋਈ, ਕਿਆ ਹਜ ਕਾਬੇ ਜਾਏ। ਤੇ ਕਾਬੇ ਦਾ ਹਜ ਕਰਨ ਵਾਸਤੇ ਕਿਸ ਲਈ ਜਾ ਰਹੇ ਹੈ? ਕਾਬੇ ਦੇ ਹੱਜ ਨੇ ਤੇਰਾ ਕੁਝ ਨਹੀਂ ਸਵਾਰਨਾ, ਜਿੰਨਾ ਚਿਰ ਤੱਕ ਤੇਰੇ ਅੰਦਰ ਸਬਰ ਸ਼ੁਕਰ ਦੀ ਭਾਵਨਾ ਪੈਦਾ ਨਹੀਂ ਹੋ ਜਾਂਦੀ। ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਕੋ ਕਹਾਂ ਖੁਦਾਏ। ਕਬੀਰ ਭਗਤ ਜੀ ਫਰਮਾਉਂਦੇ ਨੇ, ਜਿਸ ਦੀ ਦਿਲ ਦੀ ਨੀਅਤ ਸਾਫ਼ ਨਹੀਂ ਹੈ। ਕਬੀਰ ਜਾ ਕੀ ਦਿਲ ਸਾਬਤ ਨਹੀਂ, ਜਿਸ ਦੀ ਦਿਲ ਦੀ ਨੀਅਤ ਸਾਫ਼ ਨਹੀਂ ਹੈ, ਤਾਂ ਕੋ ਕਹਾਂ ਖੁਦਾਏ, ਉਹਨੂੰ ਖੁਦਾ ਕਿੱਥੇ ਮਿਲ ਸਕਦਾ? ਚਾਹੇ ਉਹ ਕਾਬੇ ਵੀ ਚਲਿਆ ਜਾਵੇ। ਮੁਸਲਮਾਨ ਮੱਕੇ ਨੂੰ ਕਾਬੇ ਨੂੰ ਰੱਬ ਦਾ ਘਰ ਆਖਦੇ ਨੇ, ਪਰ ਭਗਤ ਜੀ ਕਹਿੰਦੇ ਜੇ ਦਿਲ ਦੀ ਨੀਅਤ ਸਾਫ਼ ਨਹੀਂ, ਉਹ ਜਿੱਥੇ ਮਰਜ਼ੀ ਤੁਰਿਆ ਫਿਰੇ ਤੇ ਉਹਨੂੰ ਕਿਧਰੇ ਵੀ ਰੱਬ ਨਹੀਂ ਮਿਲ ਸਕਦਾ। ਕਬੀਰ ਅੱਲ੍ਹ ਕੀ ਕਰ ਬੰਦਗੀ, ਜਿਹੇ ਸਿਮਰਤ ਦੁਖ ਜਾਏ। ਲੋ ਭਗਤ ਜੀ ਕਹਿੰਦੇ ਨੇ, ਭਾਈ ਅੱਲਾ ਦੀ ਬੰਦਗੀ ਕਰੋ, ਉਸ ਅੱਲਾ ਦਾ ਨਾਮ ਜਪੋ। ਸ਼ੇਖ ਨੂੰ ਕਹਿੰਦੇ ਨੇ, ਜੇ ਸਿਮਰਤ ਦੁੱਖ ਜਾਏ, ਜਿਸ ਦਾ ਸਿਮਰਨ ਕਰਦਿਆਂ ਹੋਇਆਂ ਜਨਮ ਮਰਨ ਦਾ ਦੁੱਖ, ਨਰਕਾਂ ਦਾ ਦੁੱਖ ਵੀ ਚਲਿਆ ਜਾਂਦਾ ਹੈ। ਦਿਲ ਮਹਿ ਸਾਈਂ ਪ੍ਰਗਟੈ, ਬੁਝੈ ਬਲੰਤੀ ਨਾਏ। ਜਦੋਂ ਤੁਸੀਂ ਵਾਹਿਗੁਰੂ ਦਾ ਨਾਮ ਜਪੋਗੇ ਤੇ ਉਸ ਨਾਮ ਦੀ ਬਰਕਤ ਦੇ ਨਾਲ ਬੁਝੈ ਬਲੰਤੀ, ਜਿਹੜੀ ਤੁਹਾਡੇ ਅੰਦਰ ਅੱਗ ਬਲ ਰਹੀ ਹੈ, ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਇਹ ਗੁੱਝੀ ਅੱਗ ਸਾਡੇ ਅੰਦਰ ਬਲ ਰਹੀ ਹੈ, ਜੋ ਸਾਡੇ ਅੰਦਰ ਨੂੰ ਸਾੜਦੀ ਰਹਿੰਦੀ ਹੈ। ਭਗਤ ਜੀ ਕਹਿੰਦੇ ਨੇ, ਨਾਮ ਜਪ ਕੇ ਤੁਹਾਡੇ ਅੰਦਰ ਜਿਹੜੀ ਤ੍ਰਿਸ਼ਨਾ ਦੀ, ਹੰਕਾਰ ਦੀ, ਵਿਕਾਰਾਂ ਦੀ ਅੱਗ ਬਲ ਰਹੀ ਹੈ ਨਾ, ਉਹ ਬੁਝ ਜਾਵੇਗੀ ਅਤੇ ਤੁਹਾਡੇ ਦਿਲ ਵਿੱਚ ਸਾਈਂ ਪ੍ਰਗਟ ਹੋ ਜਾਵੇਗਾ। ਇਹਦਾ ਮਤਲਬ ਇਹ ਹੋਇਆ, ਰੱਬ ਬਾਹਰੋਂ ਨਹੀਂ ਕਿਤੋਂ ਵੀ ਸਾਨੂੰ ਮਿਲੇਗਾ। ਜੇ ਉਹ ਰੱਬ ਮਿਲਦਾ ਹੈ ਅਤੇ ਦਿਲ ਵਿੱਚੋਂ ਪ੍ਰਗਟ ਹੁੰਦਾ, ਅੰਦਰੋਂ ਨਿਕਲੇਗਾ, ਅੰਦਰੋਂ ਪ੍ਰਗਟ ਹੋਵੇਗਾ। ਇਸ ਲਈ ਆਪਣੀ ਸੁਰਤ ਨੂੰ ਅੰਤਰਮੁਖ ਕਰੋ ਅਤੇ ਫਿਰ ਬੰਦਗੀ ਕਰੋ। ਜਦੋਂ ਤੁਸੀਂ ਅੱਲਾ ਦੀ ਬੰਦਗੀ ਕਰੋਗੇ ਅਤੇ ਫਿਰ ਉਹ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਵੇਗਾ। ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਓ ਹਲਾਲ। ਲੋਕ ਕੋਈ ਕਾਜੀ ਗਾਂ ਨੂੰ ਜ਼ਿਬਾ ਕਰ ਰਿਹਾ ਸੀ, ਕਿਉਂਕਿ ਮੁਸਲਮਾਨਾਂ ਦੇ ਵਿੱਚ ਇਹ ਇੱਕ ਰੀਤ ਹੈ, ਜਾ ਕੇ ਈਦ ਬਕਰੀਦ ਕੁਲ ਗਊ ਵੱਧ ਕਰੇ, ਮਾਨੀਆਂ ਸ਼ੇਖ ਸ਼ਹੀਦ ਪੀਰਾ। ਕਬੀਰ ਜੀ ਵੀ ਉਸੇ ਜਾਤ ਵਿੱਚੋਂ ਸਨ। ਹੁਣ ਕਬੀਰ ਭਗਤ ਜੀ ਜੋ ਇਹ ਜ਼ੁਲਮ ਕਰਦੇ ਸਨ, ਧੱਕੇਸ਼ਾਹੀ ਕਰਦੇ ਸਨ, ਅਤਿਆਚਾਰ ਕਰਦੇ ਸਨ, ਉਹਦੇ ਖਿਲਾਫ ਨੇ। ਲੋ ਭਗਤ ਜੀ ਹੁਣ ਉਸ ਕਾਜੀ ਨੂੰ ਕਹਿੰਦੇ ਨੇ, ਕਬੀਰ ਜੋਰੀ ਕੀ ਇਹ ਜ਼ੁਲਮ ਹੈ। ਤੁਸੀਂ ਜਿਹੜਾ ਲੋਕਾਂ ਦੇ ਉੱਤੇ, ਜੋਰੀ ਦਾ ਅਰਥ ਹੈ ਧੱਕਾ ਕਰਦੇ ਹੋ, ਬੱਕਰੇ ਦੀ ਬਲੀ ਦਿੰਦੇ ਹੋ, ਕਿਸੇ ਗਾਂ ਨੂੰ ਪਕੜ ਕੇ ਉਹਨੂੰ ਜ਼ਿਬਾ ਕਰਦੇ ਹੋ, ਇਹ ਬੜਾ ਵੱਡਾ ਜ਼ੁਲਮ ਹੈ। ਕਹਿਤਾ ਨਾਉ ਹਲਾਲ, ਤੁਸੀਂ ਇਹਨੂੰ ਹਲਾਲ ਕਹਿੰਦੇ ਹੋ। ਹਲਾਲ ਉਹ ਜੋ ਰੱਬ ਦੇ ਘਰ ਪ੍ਰਵਾਨ ਹੋਵੇ, ਜਿਸ ਦੇ ਖਾਣ ਦੇ ਨਾਲ ਪਾਪ ਮਾਫ ਹੋ ਜਾਣ, ਅਤੇ ਉਹਨੂੰ ਹਲਾਲ ਕਹਿੰਦੇ ਨੇ। ਮੁਸਲਮਾਨਾਂ ਦੇ ਮਤ ਅਨੁਸਾਰ ਹਲਾਲ
ਹੱਕ ਸੱਚ ਦੀ ਕਮਾਈ ਨੂੰ ਕਹਿੰਦੇ ਨੇ। ਜਿਸ ਨੂੰ ਖਾਣ ਦਾ ਹੱਕ ਹੋਵੇ ਉਹਨੂੰ ਹਲਾਲ ਕਹਿੰਦੇ ਨੇ। ਹੁਣ ਮੁਸਲਮਾਨਾਂ ਦੇ ਵਿੱਚ ਜਿਹੜਾ ਕੁੱਠਾ ਮਾਸ ਹੈ ਉਹਨੂੰ ਹਲਾਲ ਕਹਿੰਦੇ ਨੇ। ਭਾਵ ਵੀ ਕੁੱਠਾ ਮਾਸ ਹੀ ਮੁਸਲਮਾਨ ਖਾ ਸਕਦਾ। ਅਤੇ ਜਿਹੜੇ ਕਈ ਨਿਹੰਗ ਸਿੰਘ ਫੌਜਾਂ ਨੇ ਉਹ ਕਹਿੰਦੇ ਅਸੀਂ ਝਟਕਾ ਖਾਂਦੇ ਹਾਂ। ਇਹ ਆਪੋ ਆਪਣੇ ਧਰਮ ਦੀ ਉਹਨਾਂ ਨੇ ਰੀਤ ਚਲਾਈ ਜਿਹੜੇ ਮਾਸ ਖਾਣ ਦੇ ਸ਼ੌਕੀਨ ਸਨ। ਇਸੇ ਲਈ ਭਗਤ ਜੀ ਕਹਿੰਦੇ ਨੇ ਜੇ ਤੁਸੀਂ ਕਿਸੇ ਵੀ ਜੀਵ 'ਤੇ ਧੱਕਾ ਕਰਦੇ ਹੋ ਇਹ ਜ਼ੁਲਮ ਹੈ, ਅਤੇ ਤੁਸੀਂ ਇਹਨੂੰ ਹਲਾਲ ਕਹਿੰਦੇ ਹੋ ਵੀ ਸਾਡਾ ਧਰਮ ਕਹਿੰਦਾ ਤੁਸੀਂ ਐਸਾ ਕਰੋ ਅਤੇ ਫਿਰ ਤੁਹਾਨੂੰ ਕੋਈ ਪਾਪ ਨਹੀਂ ਲੱਗਦਾ। ਤੁਸੀਂ ਝਟਕਾ ਖਾਓ ਫਿਰ ਪਾਪ ਨਹੀਂ ਲੱਗਦਾ। ਮੁਸਲਮਾਨ ਕਹਿੰਦੇ ਹਲਾਲ ਖਾਓ ਇਹਦਾ ਪਾਪ ਨਹੀਂ ਲੱਗਦਾ। ਭਗਤ ਜੀ ਕਹਿੰਦੇ ਜ਼ੁਲਮ ਕਰਨਾ ਇਹ ਤੇ ਪਾਪ ਹੀ ਹੈ। ਦਫਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ। ਕਬੀਰ ਭਗਤ ਜੀ ਮੁਸਲਮਾਨਾਂ ਨੂੰ ਸਮਝਾਉਂਦੇ ਨੇ, ਭਲਿਓ ਲੋਕੋ, ਜਦੋਂ ਰੱਬ ਦੀ ਦਰਗਾਹ ਵਿੱਚ ਧਰਮਰਾਜ ਦੀ ਕਚਹਿਰੀ ਵਿੱਚ ਹਿਸਾਬ ਕਿਤਾਬ ਮੰਗਿਆ ਜਾਵੇਗਾ ਤਬ ਹੋਏਗੋ ਕੌਣ ਹਵਾਲ। ਉਸ ਵੇਲੇ ਪਤਾ ਤੁਹਾਡਾ ਕੀ ਹਾਲ ਹੋਵੇਗਾ। ਸਿਰ ਵਟੇ ਸਿਰ ਦੇਣਾ ਪਵੇਗਾ। ਜੇ ਕਿਸੇ ਜਾਨਵਰ ਦੀ ਅੱਖ ਕੱਢੀ ਹੈ, ਲੱਤ ਵੱਢੀ ਹੈ, ਅੱਖ ਕਢਾਉਣੀ ਪਵੇਗੀ, ਲੱਤ ਵਢਾਉਣੀ ਪਵੇਗੀ। ਜਿਹਾ ਬੀਜਾ ਸੋਲੂਣਾ ਕਰਮਾ ਸੰਦੜਾ ਖੇਤ। ਜਿਹੋ ਜਿਹਾ ਕਰਮ ਕਰੋਗੇ ਇਹ ਕਰ ਕਰੇ ਸੋ ਇਹ ਕਰ ਪਾਏ। ਜਿਹੜੇ ਹੱਥ ਨਾਲ ਕਰੋਗੇ ਉਹਦੇ ਨਾਲ ਹੀ ਭੋਗਣਾ ਪੈਣਾ। ਇਸੇ ਲਈ ਭਗਤ ਜੀ ਕਹਿੰਦੇ ਨੇ ਭਾਈ ਜੀਵਾਂ 'ਤੇ ਜਿਹੜੇ ਬੇਜ਼ੁਬਾਨ ਪਸ਼ੂ ਨੇ ਕੋ ਕੇ ਉਹਨਾਂ ਨੂੰ ਮਾਰਨਾ ਇਹ ਕੋਈ ਧਰਮ ਨਹੀਂ, ਇਹ ਕੋਈ ਪੁੰਨ ਨਹੀਂ, ਇਹ ਕੋਈ ਸੁਭਾਅ ਵੀ ਨਹੀਂ। ਇਹ ਤਾਂ ਜ਼ੁਲਮ ਹੈ, ਇਹ ਤਾਂ ਪਾਪ ਹੈ। ਜਦੋਂ ਰੱਬ ਦੇ ਦਫ਼ਤਰ ਦੇ ਵਿੱਚ ਉਹਦੀ ਕਚਹਿਰੀ ਵਿੱਚ ਲੇਖਾ ਮੰਗਿਆ ਜਾਵੇਗਾ ਅਤੇ ਉਹਦੀ ਸਜ਼ਾ ਤੁਹਾਨੂੰ ਭੁਗਤਣੀ ਪਵੇਗੀ। ਬਹੁਤ ਮਾੜਾ ਹਾਲ ਹੋਵੇਗਾ। ਕਬੀਰ ਖੂਬ ਖਾਨਾ ਖੀਚਰੀ ਜਾ ਮਹਿ ਅੰਮ੍ਰਿਤ ਲੋਨ। ਫਿਰ ਭਗਤ ਜੀ ਨੂੰ ਪ੍ਰੇਮੀ ਪੁੱਛਣ ਲੱਗੇ, ਮਹਾਰਾਜ ਫਿਰ ਹੋਰ ਕੀ ਖਾਈਏ? ਜੇ ਹਲਾਲ ਨਹੀਂ ਖਾਣਾ, ਮੀਟ ਨਹੀਂ ਖਾਣਾ, ਝਟਕਾ ਨਹੀਂ ਖਾਣਾ, ਹੋਰ ਕੀ ਖਾਈਏ? ਕਈ ਲੋਕ ਪੁੱਛਦੇ ਨੇ। ਭਗਤ ਕਬੀਰ ਜੀ ਉਹਨਾਂ ਨੂੰ ਜਵਾਬ ਦਿੰਦੇ ਨੇ, ਕਬੀਰ ਖੂਬ ਖਾਨਾ ਖਿਚੜੀ ਸਾਧੂ ਮਹਾਤਮਾ ਵਾਸਤੇ ਜਿਨ੍ਹਾਂ ਨੇ ਭਜਨ ਕਰਨਾ ਹੈ, ਜਿਨ੍ਹਾਂ ਨੇ ਭਗਤੀ ਕਰਨੀ ਹੈ, ਅਤੇ ਖਿਚੜੀ ਉਹਨਾਂ ਲਈ ਖੂਬ ਬਹੁਤ ਅੱਛਾ ਖਾਣਾ ਭੋਜਨ ਹੈ। ਜਾਂ ਮੈਂ ਅੰਮ੍ਰਿਤ ਲੂਣ, ਜਿਹਦੇ ਵਿੱਚ ਅੰਮ੍ਰਿਤ ਵਰਗਾ ਲੂਣ ਹੁੰਦਾ, ਕਿਉਂਕਿ ਜਿਹੜਾ ਲੂਣ ਹੈ ਉਹ ਉਸ ਨੂੰ ਸਵਾਦ ਬਣਾਉਂਦਾ। ਜਿਸ ਦੇ ਵਿੱਚ ਅੰਮ੍ਰਿਤ ਵਰਗਾ ਲੂਣ ਦਾ ਸਵਾਦ ਹੁੰਦਾ ਹੈ ਨਾ, ਅਤੇ ਉਹ ਖਿਚੜੀ ਦਾ ਖਾਣਾ ਖੂਬ ਬਹੁਤ ਅੱਛਾ ਹੈ, ਬਹੁਤ ਸੋਹਣਾ ਹੈ ਅਤੇ ਬੜਾ ਸਵਾਦਿਸ਼ਟ ਹੈ। ਭਾਈ ਖਿਚੜੀ ਖਾਓ ਜਿਨ੍ਹਾਂ ਨੇ ਭਗਤੀ ਕਰਨੀ ਹੈ। ਦੂਜਾ ਅੰਮ੍ਰਿਤ ਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ ਹੈ ਵੀ ਜਾਂ ਮੈਂ ਅੰਮ੍ਰਿਤ ਲੂਣ, ਜਿਹਦੇ ਵਿੱਚ ਅੰਮ੍ਰਿਤ ਤੋਂ ਭਾਵ ਦੇਸੀ ਘਿਓ ਅਤੇ ਲੂਣ, ਇਹ ਦੋਵੇਂ ਚੀਜ਼ਾਂ ਮਿਕਸ ਕੀਤੀਆਂ ਹੋਣ, ਫਿਰ ਉਹ ਖਿਚੜੀ ਦਾ ਭੋਜਨ ਨਾਲੇ ਤਾਂ ਪੌਸ਼ਟਿਕ ਬਣ ਜਾਂਦਾ ਸੀ ਅਤੇ ਨਾਲੇ ਹਲਕਾ ਰਹਿੰਦਾ ਸੀ, ਤਾਕਤ ਵੀ ਮਿਲਦੀ ਸੀ, ਹਜਮ ਵੀ ਛੇਤੀ ਹੋ ਜਾਂਦਾ ਸੀ। ਅੰਮ੍ਰਿਤ ਤੋਂ ਭਾਵ ਦੇਸੀ ਘਿਓ ਦਾ ਵੀ ਕਈਆਂ ਨੇ ਅਰਥ ਕੀਤਾ ਹੈ। ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਲੋ ਭਗਤ ਜੀ ਕਹਿੰਦੇ ਨੇ ਹੀਰਾ ਦਾ ਅਰਥ ਹੈ ਵੀ ਜਿਹੜਾ ਮਾਸ ਹੈ, ਮੀਟ ਹੈ ਕਿਸੇ ਰੂਪ ਦੇ ਵਿੱਚ। ਜਿਹੜੇ ਭਾਈ ਕਹਿੰਦੇ ਮੀਟ ਤੋਂ ਬਿਨਾਂ ਸਾਨੂੰ ਤਾਂ ਰੋਟੀ ਸਵਾਦ ਹੀ ਨਹੀਂ ਲੱਗਦੀ, ਅਸੀਂ ਤਾਂ ਝਟਕਾ ਤਾਂ ਹਲਾਲ ਖਾਣਾ ਹੀ ਖਾਣਾ। ਕਬੀਰ ਭਗਤ ਜੀ ਕਹਿੰਦੇ ਨੇ ਹੀਰਾ ਰੋਟੀ ਕਾਰਨੇ, ਇਸ ਮਾਸ ਦੇ ਕਬਾਬ ਦੀ ਰੋਟੀ ਦੇ ਵਾਸਤੇ ਗਲਾ ਕਟਾਵੇ ਕੌਣ। ਫਿਰ ਕਿਹੜਾ ਗਲਾ ਕਟਾਊਗਾ? ਮਹਾਂਪੁਰਖ ਭਗਤ ਸਧਨੇ ਦੀ ਇੱਕ ਉਦਾਹਰਣ ਦਿੰਦੇ ਸਨ। ਸਧਨਾ ਪਹਿਲਾਂ ਕਸਾਈ ਸੀ, ਬੱਕਰੇ ਵੱਢ ਕੇ ਮਾਸ ਵੇਚ ਕੇ ਨਿਰਵਾਹ ਕਰਦਾ ਸੀ। ਇੱਕ ਦਿਨ ਇਹਦਾ ਕੋਈ ਖਾਸ ਵਾਕੁਫ ਬੰਦਾ ਸੀ, ਉਹ ਲੇਟ ਆਇਆ। ਉਹ ਆ ਕੇ ਸਧਨ ਨੂੰ ਕਹਿਣ ਲੱਗਾ, ਭਲਿਆ ਲੋਕਾਂ, ਮੇਰੇ ਘਰੇ ਮਹਿਮਾਨ ਆਏ ਨੇ, ਮੈਂ ਉਹਨਾਂ ਲਈ ਮੀਟ ਲੈ ਕੇ ਜਾਣਾ। ਉਹ ਕਹਿੰਦਾ ਦੱਸ ਕਿੰਨਾ ਕੁ ਚਾਹੀਦਾ? ਉਹ ਕਹਿੰਦਾ ਮੈਨੂੰ 1.25 ਕਿਲੋ ਮੀਟ ਚਾਹੀਦਾ, 1 ਕਿਲੋ। ਉਹ ਕਹਿਣ ਲੱਗਾ ਵੀ ਇੰਨਾ ਤਾਂ ਨਹੀਂ ਹੈ, ਮੈਂ ਦੇਖ ਲੈਂਦਾ। ਜਦੋਂ ਤੋਲਿਆ ਉਹ ਕੁਛ ਘੱਟ ਨਿਕਲਿਆ।
ਉਹਦਾ ਮਿੱਤਰ ਸੀ, ਉਹਨੂੰ ਕਹਿਣ ਲੱਗਾ, ਭਰਾਵਾ ਤੂੰ ਹੁਣ ਕਰ ਦੇ ਪੂਰਾ, ਸਵਾ ਸੇਰ ਮੈਨੂੰ ਪੂਰਾ ਕਰ ਦੇ। ਉਹਨੇ ਮਿੱਤਰ ਦੇ ਲਿਹਾਜ਼ ਦੇ ਵਿੱਚ ਇੱਕ ਉਹ ਬੱਕਰਾ ਲਿਆ ਕੇ ਬੰਨ੍ਹਿਆ ਹੋਇਆ ਸੀ ਅਤੇ ਉਹਦੇ ਕੋਲੇ ਚਲਿਆ ਗਿਆ। ਉਹਨੇ ਆਖਿਆ ਵੀ ਮੈਂ ਇਹਦੇ ਅੰਡਕੋਸ਼ ਕੱਟ ਕੇ ਉਸ ਨੂੰ ਦੇ ਦੇਵਾਂਗਾ ਅਤੇ ਉਹਦਾ ਮਾਸ ਦਾ ਤੋਲ ਪੂਰਾ ਹੋ ਜੂ ਅਤੇ ਉਹ ਵੀ ਖੁਸ਼, ਅਤੇ ਮੈਂ ਇਸ ਨੂੰ ਵੱਢੂੰਗਾ ਸਵੇਰੇ, ਸਿਹਰੇ ਦਾ ਸਵੇਰੇ ਵੱਢੂੰਗਾ ਅਤੇ ਹੁਣ ਅੰਡਕੋਸ਼ ਵੱਢ ਲੈਣਾ। ਜਦੋਂ ਅੰਡਕੋਸ਼ ਵੱਢਣ ਲੱਗਿਆ ਉਸ ਵੇਲੇ ਕੁਛ ਵਾਹਿਗੁਰੂ ਨੇ ਐਸੀ ਖੇਡ ਵਰਤਾਈ। ਉਹ ਜਿਹੜਾ ਬੱਕਰਾ ਸੀ ਭਾਵੇਂ ਬੇਜ਼ੁਬਾਨ ਸੀ, ਉਹ ਹੱਸਿਆ। ਜਦੋਂ ਉਹਨੇ ਹਾਸੇ ਦੀ ਆਵਾਜ਼ ਸੁਣੀ ਹੈਰਾਨ ਹੋਇਆ ਅਤੇ ਪੁੱਛਣ ਲੱਗਾ, ਕੀ ਗੱਲ ਹੈ, ਤੂੰ ਕਿਉਂ ਹੱਸਿਆ? ਉਹ ਕਹਿੰਦਾ, ਮੈਂ ਹੱਸਿਆ ਤਾਂ ਹਾਂ, ਕਈ ਵਾਰੀ ਤੂੰ ਬੱਕਰਾ ਬਣਿਆ, ਮੈਂ ਤੇਰਾ ਸਿਰ ਵੱਢਿਆ, ਅਤੇ ਹੁਣ ਮੈਂ ਬੱਕਰਾ ਬਣਿਆ ਅਤੇ ਤੂੰ ਮੇਰਾ ਸਿਰ ਵੱਢ ਰਿਹਾ, ਪਰ ਅੱਜ ਜਿਹੜੀ ਤੂੰ ਨਵੀਂ ਭਾਜੀ ਪਾਉਣ ਲੱਗਿਆ ਨਾ, ਮੇਰੇ ਅੰਡਕੋਸ਼ ਵੱਢ ਕੇ ਮੈਂ ਸਾਰੀ ਰਾਤ ਤੜਫਦਾ ਰਹਾਂਗਾ। ਫਿਰ ਜਦੋਂ ਤੇਰੀ ਵਾਰੀ ਆਈ ਉਹ ਸਮੇਂ ਨੂੰ ਯਾਦ ਕਰ, ਫਿਰ ਤੈਨੂੰ ਵੀ ਆਈ ਤੜਫਣਾ ਪੈਣਾ ਸਾਰੀ ਰਾਤ। ਇੰਨੀ ਗੱਲ ਜਦੋਂ ਸੁਣੀ ਅਤੇ ਇਹਦੇ ਹੱਥੋਂ ਉਹ ਜਿਹੜੀ ਛੁਰੀ ਸੀ ਉਹ ਡਿੱਗ ਪਈ, ਮਹਾਂ ਕਸਾਬ ਛੁਰੀ ਸੱਟ ਪਾਈ, ਅਤੇ ਆਪਣੇ ਵਾਕਫ ਮਿੱਤਰ ਨੂੰ ਕਹਿਣ ਲੱਗਾ, ਭਰਾਵਾ ਮੈਂ ਅੱਜ ਤੋਂ ਇਹ ਕਸਾਈ ਪੁਣਾ ਛੱਡਿਆ, ਜਿੰਨਾ ਮਾਸ ਮੇਰੇ ਕੋਲ ਪਿਆ ਹੈ ਉਹ ਲੈ ਜਾ, ਹੋਰ ਮੈਂ ਪਾਪ ਨਹੀਂ ਕਰ ਸਕਦਾ, ਮੈਂ ਬਥੇਰੇ ਪਾਪ ਕਰ ਲਏ ਨੇ। ਫਿਰ ਸਦਨੇ ਨੇ ਭਗਤੀ ਕੀਤੀ। ਲਓ ਭਗਤ ਜੀ ਇੱਥੇ ਕਹਿੰਦੇ ਨੇ ਵੀ ਜਿਹੜੇ ਸਾਦਾ ਖਾ ਕੇ ਰੱਬ ਦੀ ਭਗਤੀ ਕਰਦੇ ਨੇ ਅਤੇ ਉਹ ਰੱਬ ਦੇ ਦਰ ਪ੍ਰਵਾਨ ਹੁੰਦੇ ਨੇ, ਅਤੇ ਜਿਹੜੇ ਕਹਿੰਦੇ ਮਾਸ ਤੋਂ ਬਿਨਾਂ ਰੋਟੀ ਸਵਾਦ ਹੀ ਨਹੀਂ ਲੱਗਦੀ, ਅਤੇ ਫਿਰ ਭਾਈ ਉਹਦੇ ਬਦਲੇ ਸਿਰ ਕਟਾਉਣ ਵਾਸਤੇ ਤਿਆਰ ਹੋਵੋ, ਆਪਦਾ ਗਲ ਵਢਾਉਣਾ ਪਵੇਗਾ। ਕਬੀਰ ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ। ਲੋਕ ਕਬੀਰ ਭਗਤ ਜੀ ਕਹਿੰਦੇ ਨੇ, ਬਥੇਰੇ ਲੋਕ ਕਹਿੰਦੇ ਅਸੀਂ ਗੁਰੂ ਵਾਲੇ ਬਣ ਗਏ ਹਾਂ। ਕਈ ਸਾਡੇ ਵਿੱਚ ਵੀ ਕਈ ਇਹੋ ਜਿਹੇ ਲੋਕ ਨੇ, ਕਿਰਪਾਨਾਂ ਵੀ ਪਾ ਲੈਂਦੇ ਨੇ, ਦਿਖਾਵੇ ਲਈ ਅੰਮ੍ਰਿਤ ਵੀ ਛਕ ਲੈਂਦੇ ਨੇ, ਅਤੇ ਮੀਟ ਸ਼ਰਾਬ ਹੋਰ ਜਿਹੜੀਆਂ ਕੁਰੈਤਾਂ ਨੇ ਅਤੇ ਵਿਕਾਰ ਨੇ ਅਤੇ ਪਾਪ ਨੇ ਉਹ ਛੱਡਦੇ ਕੋਈ ਨਹੀਂ। ਪਰ ਭਗਤ ਜੀ ਕਹਿੰਦੇ ਜੇ ਤੁਸੀਂ ਗੁਰੂ ਵਾਲੇ ਬਣ ਗਏ ਹੋ ਅਤੇ ਫਿਰ ਇਹ ਸਾਰੇ ਕੁਰੈਤਾਂ ਵਿਕਾਰਾਂ ਅਤੇ ਪਾਪਾਂ ਨੂੰ ਵੀ, ਨਸ਼ਿਆਂ ਵਿਸ਼ਿਆਂ ਨੂੰ ਵੀ ਛੱਡੋ। ਕਬੀਰ ਗੁਰ ਲਾਗਾ ਤਬ ਜਾਣੀ ਹੈ। ਲੋ ਗੁਰੂ ਦਾ ਉਪਦੇਸ਼ ਲਾਗਾ ਦਾ ਅਰਥ ਲੱਗਿਆ ਹੋਇਆ ਤਾਂ ਜਾਣਿਆ ਜਾ ਸਕਦਾ ਹੈ। ਤਾਂ ਜਿਵੇਂ ਪਿੱਛੇ ਪ੍ਰਕਰਨ ਆਇਆ ਸੀ ਵੀ ਗੁਰੂ ਮਹਾਰਾਜ ਸ਼ਬਦ ਦਾ ਬਾਣ ਮਾਰਦੇ ਨੇ, ਵੀ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਪੰਜ ਪਿਆਰੇ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਾਉਂਦੇ ਨੇ ਅਤੇ ਨਾਲ ਸਿੱਖਿਆ ਵੀ ਦਿੰਦੇ ਨੇ। ਉਹ ਸਾਡੇ ਇੱਕ ਤੀਰ ਮਾਰਦੇ ਨੇ, ਸ਼ਬਦ ਦਾ ਤੀਰ, ਸਿੱਖਿਆ ਦਾ ਤੀਰ। ਲਓ ਭਗਤ ਜੀ ਕਹਿੰਦੇ ਨੇ ਗੁਰੂ ਦੀ ਬਾਣੀ ਦਾ, ਗੁਰੂ ਦੀ ਸਿੱਖਿਆ ਦਾ ਤੀਰ ਲੱਗਿਆ ਤਾਂ ਜਾਣਿਆ ਜਾ ਸਕਦਾ ਹੈ। ਮਿਟਾ ਮੋਹ ਤਨ ਤਾਪ, ਜੇ ਤੁਹਾਡੇ ਤਨ ਵਿੱਚੋਂ ਮਾਇਆ ਦਾ ਮੋਹ ਅਤੇ ਜਿਹੜਾ ਤਾਪ ਆਦਿ ਵਿਆਧੀ ਉਪਾਧੀ ਤਿੰਨ ਤਾਪ ਨੇ, ਇਹਨਾਂ ਦਾ ਪ੍ਰਭਾਵ ਮਿਟ ਜਾਵੇ। ਹਰਖ ਸੋਗ ਦਾਜੈ ਨਹੀਂ, ਤਬ ਹਰ ਆਪਹਿ ਆਪ। ਫਿਰ ਖੁਸ਼ੀ ਤੇ ਗਮੀ ਇਹ ਤੁਹਾਡੇ ਮਨ ਨੂੰ ਸਾੜਨ। ਜਦੋਂ ਇਹੋ ਜਿਹੀ ਅਵਸਥਾ ਬਣ ਗਈ ਹੈ ਨਾ, ਫਿਰ ਸਮਝ ਲਓ ਵੀ ਗੁਰੂ ਦੇ ਸ਼ਬਦ ਦੇ ਬਾਣ ਦਾ ਅਸਰ ਹੋਇਆ ਹੈ। ਅਤੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਤਬ ਹਰ ਆਪਹਿ ਆਪ, ਫਿਰ ਵਾਹਿਗੁਰੂ ਆਪਣੇ ਆਪ ਦੇ ਵਿੱਚ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ ਅਤੇ ਬਿਰਾਜਮਾਨ ਹੋ ਜਾਂਦਾ ਹੈ। ਕਬੀਰ ਰਾਮ ਕਹਿਨ ਮਹਿ ਭੇਦ ਹੈ, ਤਾਂ ਮਹਿ ਏਕ ਵਿਚਾਰ। ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਬਈ ਸਾਰੇ ਲੋਕੀ ਰਾਮ ਰਾਮ ਕਹਿੰਦੇ ਨੇ, ਪਰ ਰਾਮ ਕਹਿਣ ਦੇ ਵਿੱਚ ਵੀ ਇੱਕ ਭੇਦ ਹੈ, ਇੱਕ ਬੜਾ ਗੁੱਝਾ ਰਾਜ਼ ਹੈ। ਤਾਂ ਮੈਂ ਏਕ ਵਿਚਾਰ, ਉਹਦੇ ਵਿੱਚ ਅਸੀਂ ਇੱਕ ਵਿਚਾਰ ਕੀਤੀ ਹੈ, ਇੱਕ ਨੁਕਤਾ ਫੜਿਆ ਹੈ। ਸੋਈ ਰਾਮ ਸਭੈ ਕਹਿ, ਸੋਈ ਕੌਤਕ ਹਾਰ। ਵੀ ਇੱਕ ਤਾਂ ਅਸਲੀ ਰਾਮ ਹੈ, ਜਿਹੜਾ ਸਰਵ ਵਿਆਪਕ ਸਰੂਪ ਵਾਹਿਗੁਰੂ, ਉਹਨੂੰ ਰਾਮ ਕਹਿੰਦੇ ਨੇ। ਜਿੰਨੇ ਭਗਤ ਲੋਕ ਨੇ ਸਾਰੇ ਉਸ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਹਨ। ਸੋਈ ਕੌਤਕ ਹਾਰ, ਅਤੇ ਉਹੀ ਜਿਹੜਾ ਰਾਮ ਸ਼ਬਦ ਹੈ, ਜਿਹੜੇ ਕੌਤਕ ਕਰਨ ਵਾਲੇ ਰਾਸ ਧਾਰੀਏ ਨੇ,
ਤੇ ਜਾਂ ਜਿਹੜੇ ਰਾਮਲੀਲਾ ਕਰਨ ਵਾਲੇ ਰਾਮ ਤੇ ਸੀਤਾ ਦੇ ਨਕਲੀ ਸਾਂਗ ਬਣਾ ਕੇ ਕਹਿੰਦੇ ਇਹ ਸਾਡਾ ਰਾਮ ਹੈ, ਆਹ ਸੀਤਾ ਮਾਤਾ ਹੈ, ਤੇ ਹੁਣ ਭਾਵੇਂ ਉਹਨਾਂ ਦਾ ਕਰੈਕਟਰ ਕੋਈ ਹੋਵੇ ਜਾਂ ਨਾ ਹੋਵੇ, ਪਰ ਉਹ ਉਹਨਾਂ ਦੇ ਰੋਲ ਅਦਾ ਕਰਦੇ ਨੇ। ਭਗਤ ਜੀ ਕਹਿੰਦੇ ਨੇ ਇੱਕ ਤਾਂ ਉਹ ਲੋਕ ਨੇ ਜਿਹੜੇ ਅਸਲੀ ਵਾਹਿਗੁਰੂ ਨੂੰ ਰਾਮ ਸ਼ਬਦ ਦੁਆਰਾ ਜਪਦੇ ਨੇ, ਤੇ ਕਈ ਲੋਕ ਕਈ ਜਿਹੜੇ ਨਕਲੀ ਰਾਮ ਬਣੇ ਹੋਏ ਨੇ, ਤੇ ਉਹ ਤਮਾਸ਼ਾ ਕਰਨ ਵਾਲੇ ਰਾਸ ਧਾਰੀਏ ਉਹਨਾਂ ਨੂੰ ਰਾਮ ਰਾਮ ਕਹਿ ਕੇ ਬੁਲਾਉਂਦੇ ਹਨ। ਕਬੀਰ ਰਾਮੈ ਰਾਮ ਕਹੋ, ਕਹਿਬੇ ਮਾਹੇ ਵਿਵੇਕ। ਲੋਕ ਕਬੀਰ ਭਗਤ ਜੀ ਕਹਿੰਦੇ ਵੀ ਤੁਸੀਂ ਅਸਲੀ ਜਿਹੜਾ ਸਰਵ ਵਿਆਪਕ ਸਰੂਪ ਵਾਹਿਗੁਰੂ ਹੈ ਤੇ ਉਸ ਦਾ ਨਾਮ ਜਪਿਆ ਕਰੋ, ਰਾਮ ਰਾਮ ਆਖਿਆ ਕਰੋ। ਪਰ ਇਹ ਕਹਿਣ ਦੇ ਵਿੱਚ ਵੀ ਇੱਕ ਬਹੁਤ ਸੁੰਦਰ ਵਿਚਾਰ ਹੈ। ਏਕ ਅਨੇਕਹਿ ਮਿਲ ਗਿਆ, ਏਕ ਸਮਾਨਾ ਏਕ। ਇੱਕ ਤਾਂ ਰਾਮ ਉਹ ਸੀ ਜਿਹੜਾ ਅਨੇਕਾਂ ਲੋਕਾਂ ਦੇ ਵਿੱਚ ਹੀ ਮਿਲ ਗਿਆ। ਉਹ ਕਿਹੜਾ ਸੀ? ਜਿਹੜਾ ਦਸ਼ਰਥ ਦਾ ਪੁੱਤਰ ਸੀ, ਉਹ ਤੇ ਲੋਕਾਂ ਵਿੱਚ ਹੀ ਸ਼ਾਮਲ ਹੋਇਆ ਨਾ। ਰੋਵੈ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਉਹਦੇ ਬਾਰੇ ਭਗਤ ਨਾਮਦੇਵ ਜੀ ਨੇ ਵੀ ਇੱਕ ਕਟਾਕਸ਼ ਕੀਤਾ ਹੈ। ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਉਹ ਰਾਮ ਉਹ ਤੇ ਅਨੇਕਾਂ ਲੋਕਾਂ ਵਿੱਚ ਮਿਲ ਗਿਆ। ਇੱਕ ਸਮਾਨਾ ਇੱਕ ਜਿਹੜਾ ਇੱਕ ਨਿਰਗੁਣ ਸਰੂਪ ਵਾਹਿਗੁਰੂ ਸੀ, ਤੇ ਉਹ ਜਿਹੜਾ ਉਹਨੂੰ ਜਪਣ ਵਾਲਾ ਸੀ ਉਹ ਸਰਵ ਵਿਆਪਕ ਸਰੂਪ ਵਾਹਿਗੁਰੂ ਦੇ ਵਿੱਚ ਲੀਨ ਹੋ ਗਿਆ। ਕਬੀਰ ਜਾ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ। ਲੋ ਭਗਤ ਕਬੀਰ ਜੀ ਕੋਲ ਆ ਕੇ ਕੋਈ ਪ੍ਰੇਮੀ ਪੁੱਛਣ ਲੱਗਾ, ਮਹਾਰਾਜ ਇਹ ਜਿਹੜੇ ਭੂਤ ਪ੍ਰੇਤ ਵੀ ਹੁੰਦੇ ਨੇ? ਭਗਤ ਜੀ ਕਹਿੰਦੇ ਤੂੰ ਦੇਖਣਾ ਚਾਹੁੰਦਾ? ਕਹਿੰਦਾ ਜੀ ਦਿਖਾ ਦਿਓ। ਜਿੰਦਾ ਭੂਤ ਵੇਖਣੇ ਕਿ ਮੁਰਦਾ ਪ੍ਰੇਤ ਦੇਖਣੇ ਨੇ? ਕਹਿੰਦਾ ਜਿੰਦਾ ਹੀ ਦਿਖਾ ਦਿਓ। ਤੇ ਪਰ ਭਗਤ ਜੀ ਨੇ ਆਹ ਸ਼ਲੋਕ ਉਚਾਰਨ ਕੀਤਾ, ਕਬੀਰ ਜਾ ਘਰ ਸਾਧਨਾ ਸੇਵੀ ਹੈ। ਜਿਸ ਘਰਾਂ ਦੇ ਵਿੱਚ ਸਾਧ ਜਿਹੜੇ ਗੁਰਮੁਖ ਬੰਦੇ ਨੇ, ਸੰਤ ਮਹਾਂਪੁਰਖ, ਉਹਨਾਂ ਦੀ ਸੇਵਾ ਨਹੀਂ ਹੁੰਦੀ, ਤੇ ਹਰ ਕੀ ਸੇਵਾ ਨਾ, ਤੇ ਨਾ ਹੀ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਵੀ ਉਹ ਘਰ ਮਰਹਟ ਸਾਰਖੇ, ਉਹ ਸ਼ਮਸ਼ਾਨ ਕਾਠ ਵਾਂਗ ਨੇ, ਸਿਵਿਆਂ ਵਾਂਗ ਨੇ। ਭੂਤ ਬਸੈ ਤਿੰਨ ਮਾਹੇ, ਜਿਹੜੇ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਨੇ ਜਿਨ੍ਹਾਂ ਨੇ ਕਦੇ ਰੱਬ ਦਾ ਨਾਂ ਨਹੀਂ ਲੈਣਾ, ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ, ਕਦੇ ਨਿਤਨੇਮ ਨਹੀਂ ਕਰਨਾ, ਨਾ ਹੀ ਕਿਸੇ ਬਾਣੀ ਪੜ੍ਹਨ ਵਾਲੇ ਨਾਮ ਜਪਣ ਵਾਲੇ ਦੀ ਸੇਵਾ ਕਰਨੀ ਹੈ। ਤੇ ਉਹ ਤਾਂ ਇਹੋ ਜਿਹੇ ਘਰ ਉਹ ਸ਼ਮਸ਼ਾਨ ਕਾਠ ਵਰਗੇ ਨੇ, ਤੇ ਜਿਹੜੇ ਉਹਨਾਂ ਵਿੱਚ ਰਹਿਣ ਵਾਲੇ ਸਾਰੇ ਭੂਤ ਪ੍ਰੇਤੀ ਤਾਂ ਹਨ, ਹੋਰ ਕੌਣ ਹਨ? ਕਬੀਰ ਗੂੰਗਾ ਹੁਆ ਬਾਵਰਾ, ਬਹਿਰਾ ਹੁਆ ਕਾਨ। ਲਓ ਭਗਤ ਜੀ ਪਾਸ ਫੇਰ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਮਾਰਿਆ ਸਤਿਗੁਰ ਬਾਣ। ਇੱਥੋਂ ਅਰਥ ਅਨਵੇਂ ਕਰਕੇ ਲੱਗੇਗਾ। ਭਗਤ ਜੀ ਜਦੋਂ ਸਤਿਗੁਰੂ ਨੇ ਤੁਹਾਡੇ ਸ਼ਬਦ ਦਾ ਬਾਣ ਤੀਰ ਮਾਰਿਆ, ਉਹਦਾ ਕੀ ਪ੍ਰਭਾਵ ਹੋਇਆ ਤੁਹਾਡੇ ਜੀਵਨ 'ਤੇ? ਤਾਂ ਕਬੀਰ ਜੀ ਕਹਿੰਦੇ ਨੇ, ਕਬੀਰ ਗੂੰਗਾ ਹੁਆ ਬਾਬਰਾ, ਜਦੋਂ ਗੁਰੂ ਮਹਾਰਾਜ ਨੇ ਸ਼ਬਦ ਦਾ ਤੀਰ ਮੇਰੇ ਮਾਰਿਆ ਤੇ ਮੈਂ ਗੂੰਗਾ ਹੋ ਗਿਆ, ਬੋਲਣੋਂ ਰਹਿ ਗਿਆ, ਤੇ ਨਾਲ ਹੀ ਬਾਬਰਾ ਮੈਂ ਪਾਗਲ ਹੋ ਗਿਆ, ਮੇਰੀ ਸੁੱਧ ਬੁੱਧ ਚਲੀ ਗਈ। ਬਹਿਰਾ ਹੁਆ ਕੰਨ, ਤੇ ਕੰਨਾਂ ਤੋਂ ਮੈਂ ਬੋਲਾ ਹੋ ਗਿਆ। ਐਸਾ ਮੇਰੇ ਤੇ ਅਸਰ ਹੋਇਆ। ਪਾਵਹੁ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਐਸਾ ਸਤਿਗੁਰੂ ਨੇ ਤੀਰ ਮਾਰਿਆ ਤੇ ਮੈਂ ਪੈਰਾਂ ਤੋਂ ਵੀ ਪਿੰਗਲਾ ਹੋ ਗਿਆ, ਮੇਰੇ ਪੈਰ ਵੀ ਜਵਾਬ ਦੇ ਗਏ। ਐਸਾ ਸਤਿਗੁਰੂ ਨੇ ਸ਼ਬਦ ਦਾ ਤੀਰ ਮਾਰਿਆ। ਅੰਤਰੀ ਭਾਵ ਇਹ ਹੈ, ਕਬੀਰ ਗੂੰਗਾ ਹੁਆ ਬਾਬਰਾ, ਮੈਂ ਹੁਣ ਗੂੰਗਾ ਹੋ ਗਿਆ। ਇਹਦਾ ਮਤਲਬ ਇਹ ਹੈ, ਮੈਂ ਹੁਣ ਨਿੰਦਿਆ ਚੁਗਲੀ ਕਰਨ ਤੋਂ ਖਾਮੋਸ਼ ਹੋ ਗਿਆ। ਕਿਸੇ ਦੀ ਨਿੰਦਿਆ ਚੁਗਲੀ ਸੁਣ ਕੇ ਮੈਨੂੰ ਕੁਝ ਨਹੀਂ ਪ੍ਰਾਪਤ ਹੋਣਾ। ਮੈਂ ਨਿੰਦਿਆ ਚੁਗਲੀ ਕਰਨ ਤੋਂ ਗੂੰਗਾ ਹੋ ਗਿਆ। ਤੇ ਬਾਬਰਾ, ਸੰਸਾਰ ਵੱਲੋਂ ਮੈਂ ਬਾਬਰਾ ਹੋ ਗਿਆ। ਮੈਨੂੰ ਹੁਣ ਨਾਮ ਦੀ ਖੁਮਾਰੀ ਚੜ੍ਹੀ ਰਹਿੰਦੀ ਆ, ਲੋਕ ਮੈਨੂੰ ਪਾਗਲ ਕਹਿੰਦੇ ਨੇ। ਬਹਿਰਾ ਹੁਆ ਕਾਨ, ਤੇ ਕੰਨਾਂ ਤੋਂ ਮੈਂ ਬਹਿਰਾ ਬੋਲਾ ਹੋ ਗਿਆ। ਭਾਵ ਮੈਂ ਇਹਨਾਂ ਕੰਨਾਂ ਦੇ ਨਾਲ ਦੁਨੀਆ ਦੇ ਲੋਕਾਂ ਦੀਆਂ ਗੱਲਾਂ ਸੁਣਨੋਂ ਹਟ ਗਿਆ। ਕਿਉਂ? ਮੈਨੂੰ ਇਹ ਪਤਾ ਲੱਗ ਗਿਆ ਵੀ ਇਹ ਜਿਹੜੇ ਕੰਨ ਕਾਹਦੇ ਵਾਸਤੇ ਮਿਲੇ ਨੇ। ਇਹ ਸਰਵਣੋਂ ਮੇਰੇ ਹੋ,
ਸਾਚਾ ਸੁਣਨਾ ਨੂੰ ਪਠਾਏ, ਸਾਚਾ ਸੁਣਨਾ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਹੋਰ ਵੀ ਬਚਨ ਲਿਖਿਆ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਆ ਜਾਏ। ਆ ਜਿਹੜੇ ਕਈ ਇਹੋ ਜਿਹੇ ਕਲਾਕਾਰ ਨੇ, ਇਹੋ ਜਿਹੇ ਸਿੰਗਰ ਨੇ, ਇਹੋ ਜਿਹੇ ਗੀਤਕਾਰ ਨੇ ਜਿਹੜੇ ਬੜਾ ਅਸ਼ਲੀਲ ਅਤੇ ਲੱਚਰ ਭਾਸ਼ਾ ਦਾ ਪ੍ਰਯੋਗ ਕਰਦੇ ਨੇ। ਇਹੋ ਜਿਹੇ ਜਿਹੜੇ ਭੈੜੇ ਗੀਤ ਸੰਗੀਤ ਤੋਂ ਸਾਡੇ ਕੰਨ ਬੋਲੇ ਹੋ ਗਏ ਨੇ। ਪਾਵੋ ਤੇ ਪਿੰਗਲ ਪਿਆ, ਅਤੇ ਨਾਲ ਹੀ ਭਾਜੀ ਕਹਿੰਦੇ ਪੈਰਾਂ ਤੋਂ ਵੀ ਅਸੀਂ ਪਿੰਗਲੇ ਹੋ ਗਏ ਹਾਂ। ਇਹਦਾ ਮਤਲਬ ਜਿਹੜੇ ਸਾਡੇ ਪੈਰ ਕੁਸੰਗਤ ਵੱਲ, ਪੱਬਾਂ ਕਲੱਬਾਂ ਵੱਲ, ਮਾੜੇ ਥਾਵਾਂ 'ਤੇ ਜਾਂਦੇ ਸਨ ਅਤੇ ਉੱਧਰੋਂ ਹਟ ਗਏ ਨੇ। ਜਦੋਂ ਸਤਿਗੁਰੂ ਨੇ ਸ਼ਬਦ ਦਾ ਤੀਰ ਮਾਰਿਆ ਅਤੇ ਅਸੀਂ ਨਿੰਦਿਆ ਚੁਗਲੀ ਕਰਨੀ ਛੱਡ ਦਿੱਤੀ। ਲੋਕਾਂ ਵਾਸਤੇ ਅਸੀਂ ਬਾਬਰੇ ਹੋ ਗਏ, ਮਸਤਾਨੇ ਹੋ ਗਏ, ਅਤੇ ਕੰਨਾਂ ਤੋਂ ਨਿੰਦਿਆ ਚੁਗਲੀ ਸੁਣਨੀ ਛੱਡ ਦਿੱਤੀ। ਅਤੇ ਅਸੀਂ ਪੈਰਾਂ ਨਾਲ ਮਾੜੀ ਕੁਸੰਗਤ ਵਿੱਚ ਜਾਣਾ, ਸ਼ਰਾਬ ਦੇ ਠੇਕਿਆਂ 'ਤੇ ਜਾਣਾ, ਹੋਰ ਪੱਬਾਂ ਕਲੱਬਾਂ ਵਿੱਚ ਜਾਣਾ, ਉਹ ਬੰਦ ਕਰ ਦਿੱਤਾ। ਇਹ ਸਾਡੇ ਜੀਵਨ 'ਤੇ ਅਸਰ ਹੋਇਆ ਹੈ। ਕਬੀਰ ਸਤਿਗੁਰ ਸੂਰਮੇ, ਬਾਹਿਆ ਬਾਨ ਜੋ ਏਕ। ਲੋ ਫਿਰ ਸਤਿਗੁਰੂ ਮਹਾਰਾਜ ਦੀ ਮਹਿਮਾ ਉਚਾਰਨ ਕਰਦੇ ਨੇ ਵੀ ਸਤਿਗੁਰੂ ਐਸੇ ਸੂਰਬੀਰ ਬਹਾਦਰ ਨੇ, ਬਾਹਿਆ ਬਾਣ ਜੋ ਇੱਕ, ਉਹਨਾਂ ਨੇ ਇੱਕੋ ਹੀ ਤੀਰ ਸਾਡੇ 'ਤੇ ਚਲਾਇਆ, ਇੱਕੋ ਹੀ ਸ਼ਬਦ ਦਾ ਬਾਣ ਮਾਰਿਆ। ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਸ਼ੇਕ। ਬਸ ਉਸ ਸ਼ਬਦ ਦੇ ਤੀਰ ਦੇ ਨਾਲ ਅਥਵਾ ਪ੍ਰੇਮ ਦੇ ਤੀਰ ਲੱਗਣ ਦੇ ਨਾਲ ਲਾਗਤ ਹੀ ਭੂਈ ਗਿਰ ਪਰਿਆ, ਮੈਂ ਲੱਗਣ ਸਾਰ ਧਰਤੀ 'ਤੇ ਡਿੱਗ ਪਿਆ। ਪਰਾ ਕਰੇਜੇ ਸ਼ੇਕ, ਤੇ ਮੇਰੇ ਕਾਲਜੇ ਵਿੱਚ ਛੇਕ ਪੈ ਗਿਆ। ਇਹਦਾ ਮਤਲਬ ਇਹ ਹੈ ਮੇਰੇ ਕਾਲਜੇ ਦੇ ਵਿੱਚ ਵੈਰਾਗ ਦਾ ਛੇਕ ਹੋ ਗਿਆ, ਅਤੇ ਮੈਂ ਭੂਏ ਜਿਹੜਾ ਭੂਮਾ ਰੂਪ ਬ੍ਰਹਮ ਹੈ ਉਹਦੇ ਵਿੱਚ ਜਾ ਕੇ ਲੀਨ ਹੋ ਗਿਆ। ਕਬੀਰ ਨਿਰਮਲ ਬੂੰਦ ਆਕਾਸ ਕੀ, ਪਰ ਗਈ ਭੂਮ ਬੇਕਾਰ। ਲੋ ਭਗਤ ਜੀ ਕਹਿੰਦੇ ਨੇ ਵੀ ਦੇਖ ਲਓ, ਜਿਹੜੀ ਬੜੀ ਨਿਰਮਲ ਉੱਜਲ ਆਕਾਸ਼ ਦੀ ਬੂੰਦ ਸੀ, ਪਰ ਗਈ ਭੂਮ ਵਿਕਾਰ, ਉਹ ਕੋਈ ਬੰਜਰ ਧਰਤੀ 'ਤੇ ਕਲਰੀ ਧਰਤੀ 'ਤੇ ਜਾ ਕੇ ਡਿੱਗ ਪਈ। ਬਿਨ ਸੰਗਤ ਇਉ ਮਾਨਈ, ਹੋਏ ਗਈ ਭਟਸ਼ਾਰ। ਪਰ ਉਸ ਜਿਹੜੀ ਨਿਰਮਲ ਬੂੰਦ ਸੀ ਆਕਾਸ਼ ਦੀ, ਜਦੋਂ ਬੰਜਰ ਤੇ ਕਲਰੀ ਧਰਤੀ 'ਤੇ ਜਾ ਕੇ ਡਿੱਗੀ, ਉਹਨੇ ਕੋਈ ਉੱਥੇ ਚੰਗਾ ਪ੍ਰਭਾਵ ਨਹੀਂ ਦਿਖਾਇਆ। ਬਿਨਾਂ ਸੰਗਤ ਤੋਂ ਇਉਂ ਜਿਹੜਾ ਮਨੁੱਖ ਹੈ ਉਹਦਾ ਜੀਵਨ ਵੀ ਅਜਾਈਂ ਚਲਿਆ ਜਾਂਦਾ। ਜਿਵੇਂ ਨਿਰਮਲ ਬੂੰਦ ਆਕਾਸ਼ ਦੀ ਹੋਏ ਗਈ ਪਟਸ਼ਾਰ, ਬੰਜਰ ਧਰਤੀ 'ਤੇ ਡਿੱਗ ਕੇ, ਮਾਰੂ ਥਲ ਦੇ ਉੱਪਰ ਡਿੱਗ ਕੇ ਉਹ ਪੱਠ ਦੀ ਸੁਆਹ ਬਣ ਜਾਂਦੀ ਹੈ। ਹੋਏ ਗਈ ਪਟਸ਼ਾਰ, ਮਾਰੂ ਥਲ ਦੇ ਰੇਤੇ ਉੱਤੇ ਜਿਹੜੀ ਬੜੀ ਨਿਰਮਲ ਆਕਾਸ਼ ਤੋਂ ਬੂੰਦ ਡਿੱਗਦੀ ਹੈ, ਉਹ ਸੁਆਹ ਪੱਠ ਦੀ ਸੁਆਹ ਬਣ ਜਾਂਦੀ ਹੈ। ਇਸੇ ਤਰ੍ਹਾਂ ਭਾਈ ਨਿਰਮਲ ਬੂੰਦ ਆਕਾਸ਼ ਕੀ, ਵੀ ਸਤਿਗੁਰੂ ਮਹਾਰਾਜ ਬੱਦਲ ਨੇ, ਅਤੇ ਜਦੋਂ ਗੁਰਬਾਣੀ ਦਾ ਉਪਦੇਸ਼ ਦਿੰਦੇ ਨੇ, ਜਿਹੜੀ ਉਪਦੇਸ਼ ਦੀ ਸੁਆਂਤੀ ਬੂੰਦ ਹੈ, ਜਦੋਂ ਕਲਰੀ ਧਰਤੀ ਵਾਂਗੂ ਜਿਹੜੇ ਨਾਸਤਕ ਬੰਦੇ ਨੇ, ਸ਼ਰਧਾ ਭਾਵਨਾ ਪ੍ਰੇਮ ਤੋਂ ਹੀਣੇ ਨੇ, ਉਹਨਾਂ 'ਤੇ ਕੋਈ ਅਸਰ ਨਹੀਂ ਕਰਦੀ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੀ ਹੈ ਜਿਵੇਂ ਮਾਰੂ ਥਲ 'ਤੇ ਕੋਈ ਬੂੰਦ ਡਿੱਗ ਪਵੇ, ਉਹ ਸੜ ਕੇ ਪੱਠ ਦੀ ਸੁਆਹ ਬਣ ਜਾਂਦੀ ਹੈ। ਇਉਂ ਜਿਹੜੇ ਨਾਸਤਕ ਬੰਦੇ ਨੇ, ਤਰਕਸ਼ੀਲ ਲੋਕ ਨੇ, ਉਹ ਗੁਰਬਾਣੀ ਦੇ ਉੱਤੇ ਕਿੰਤੂ ਪ੍ਰੰਤੂ ਕਰਦੇ ਨੇ, ਅਤੇ ਉਹਨਾਂ ਦੇ ਉੱਤੇ ਕੋਈ ਬਾਣੀ ਦਾ ਅਸਰ ਨਹੀਂ ਹੁੰਦਾ। ਕਬੀਰ ਨਿਰਮਲ ਬੂੰਦ ਆਕਾਸ ਕੀ, ਲੀਨੀ ਭੂਮ ਮਿਲਾਏ। ਲੋ ਭਗਤ ਜੀ ਕਹਿੰਦੇ ਕੋਈ ਸਿਆਣਾ ਜ਼ਿਮੀਂਦਾਰ ਸੀ, ਉਹਨੇ ਜਿਹੜੇ ਨਿਰਮਲ ਆਕਾਸ਼ ਤੋਂ ਬੂੰਦ ਡਿੱਗੀ ਸੀ, ਅਤੇ ਉਹਨੇ ਆਪਣੇ ਖੇਤ ਨੂੰ ਵਾਹਿਆ ਸਵਾਰਿਆ ਸੀ, ਉਹਨੇ ਉਹਦੇ ਵਿੱਚ ਉਸ ਨੂੰ ਮਿਲਾ ਲਿਆ। ਸਿਆਣਾ ਜ਼ਿਮੀਂਦਾਰ ਵੀ ਜਦੋਂ ਦੇਖਦਾ ਨਾ ਮੀਂਹ ਪੈਣਾ, ਉਹ ਖੇਤ ਦੀਆਂ ਵੱਟਾਂ ਨੂੰ ਸਵਾਰ ਲੈਂਦਾ, ਅਤੇ ਫਿਰ ਉਹਦੇ ਖੇਤ ਵਿੱਚ ਉਹੀ ਜਿਹੜੀ ਵੀ ਉਹ ਨਿਰਮਲ ਬੂੰਦ ਆਕਾਸ਼ ਦੀ ਡਿੱਗਦੀ ਹੈ, ਅਤੇ ਉਹ ਉਸ ਨੂੰ ਆਪਣੇ ਖੇਤ ਦੀ ਮਿੱਟੀ ਵਿੱਚ ਮਿਲਾ ਲੈਂਦਾ ਹੈ। ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਭਗਤ ਜੀ ਕਹਿੰਦੇ ਨੇ ਬਹੁਤ ਸਾਰੇ ਜਿਹੜੇ ਦੁਨਿਆਵੀ ਤੌਰ 'ਤੇ ਸਿਆਣੇ ਲੋਕ ਨੇ, ਅਤੇ ਉਹ ਉਸ ਨੂੰ ਕਹਿੰਦੇ ਨੇ ਭਾਈ ਤੂੰ
ਇਹ ਜਿਹੜੀ ਬੂੰਦ ਹੈ ਇਹਨੂੰ ਵੱਖ ਕਰ ਦੇ। ਉਹ ਕਹਿੰਦਾ ਵੀ ਇਹ ਨਹੀਂ ਹੁਣ ਵੱਖ ਹੋ ਸਕਦੀ, ਜਿਹੜੀ ਧਰਤੀ ਵਿੱਚ ਸੰਜਰ ਗਈ, ਹੁਣ ਉਸ ਬੂੰਦ ਨੂੰ ਕਿਵੇਂ ਤੁਸੀਂ ਧਰਤੀ ਤੋਂ ਵੱਖ ਕਰ ਸਕਦੇ ਹੋ। ਇਸੇ ਲਈ ਭਗਤ ਜੀ ਕਹਿੰਦੇ ਬਹੁਤ ਸਿਆਣੇ ਟੱਕਰਾਂ ਮਾਰ ਮਾਰ ਕੇ ਹਰ ਹੰਬ ਗਏ, ਨਾ ਨਿਰਵਾਰੀ ਜਾਏ। ਤੇ ਜਿਹੜੀ ਨਿਰਮਲ ਬੂੰਦ ਆਕਾਸ਼ ਦੀ ਚੰਗੀ ਧਰਤੀ ਵਿੱਚ ਡਿੱਗ ਪਈ ਤੇ ਫਿਰ ਉਹਦੇ ਪ੍ਰਭਾਵ ਨੂੰ ਖਤਮ ਨਾ ਕਰ ਸਕੇ, ਉਹਨੂੰ ਧਰਤੀ ਤੋਂ ਵੱਖਰਾ ਨਾ ਕਰ ਸਕੇ। ਉਹਨੇ ਆਪਣੇ ਪ੍ਰਭਾਵ ਨੂੰ ਦਿਖਾਇਆ। ਉਸ ਖੇਤ ਵਿੱਚ ਚੰਗੇ ਬੀਜ ਉੱਗੇ, ਚੰਗੀ ਫਸਲ ਹੋਈ ਤੇ ਚੰਗਾ ਲਾਭ ਪ੍ਰਾਪਤ ਹੋਇਆ। ਇਸੇ ਤਰ੍ਹਾਂ ਕਬੀਰ ਨਿਰਮਲ ਬੂੰਦ ਆਕਾਸ਼ ਕੀ ਵੀ ਚਿਦਾ ਆਕਾਸ਼ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੁੜੇ ਰਹਿੰਦੇ ਨੇ। ਤੇ ਗੁਰੂ ਮਹਾਰਾਜ ਆਪਣੇ ਮੁਖਾਰ ਬੈਂਤੋਂ ਜਿਵੇਂ ਬੱਦਲ ਦੇ ਵਿੱਚੋਂ ਉੱਜਲ ਬੂੰਦਾਂ ਡਿੱਗਦੀਆਂ ਨੇ, ਤੇ ਇਹ ਜਿਹੜੀ ਬਾਣੀ ਹੈ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਉਹ ਗੁਰਬਾਣੀ ਦੀ ਸਿੱਖਿਆ ਰੂਪੀ ਸ਼ਾਂਤੀ ਬੂੰਦ ਸੰਗਤ ਨੂੰ ਬਖਸ਼ਿਸ਼ ਕਰਦੇ ਨੇ। ਤੇ ਜਿਹੜੇ ਅਧਿਕਾਰੀ ਹੁੰਦੇ ਨੇ ਉਸ ਗੁਰੂ ਮਹਾਰਾਜ ਦੀ ਜਿਹੜੀ ਸਿੱਖਿਆ ਰੂਪੀ ਸ਼ਾਂਤੀ ਬੂੰਦ ਹੈ ਲੀਨੀ ਭੂਮ ਮਿਲਾਏ ਤੇ ਉਹਨਾਂ ਨੂੰ ਬੁੱਧੀ ਰੂਪੀ ਧਰਤੀ ਵਿੱਚ ਅਥਵਾ ਸ਼ੁੱਧ ਹਿਰਦੇ ਦੀ ਭੂਮੀ ਦੇ ਵਿੱਚ ਉਸ ਨੂੰ ਮਿਲਾ ਲੈਂਦੇ ਨੇ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਸੇ ਖਾਸ ਗੁਰਮੁਖ ਪਿਆਰੇ ਨਾਲ ਬਚਨ ਕੀਤਾ। ਉਹ ਕਹਿਣ ਲੱਗੇ, ਜਦੋਂ ਅਸੀਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਨੇ ਸਾਨੂੰ ਮੂਲ ਮੰਤਰ ਗੁਰ ਮੰਤਰ ਦ੍ਰਿੜ ਕਰਵਾਇਆ, ਨਾਲ ਬਾਣੀ ਤੇ ਬਾਣੀ ਦੀ ਰਹਿਤ ਦੱਸੀ। ਜਦ ਤੋਂ ਅਸੀਂ ਉਹਨਾਂ ਦੇ ਕੋਲੋਂ ਗੁਰ ਮੰਤਰ ਲਿਆ, ਉਹ ਸਾਨੂੰ ਕਦੀ ਭੁੱਲਿਆ ਨਹੀਂ, ਕਦੀ ਉਹਦੇ ਵਿੱਚ ਨਾਗਾ ਨਹੀਂ ਅਸੀਂ ਪਾਇਆ। ਹਮੇਸ਼ਾ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਰਹਿੰਦੇ ਹਾਂ। ਤੇ ਜਿਨ੍ਹਾਂ ਨੇ ਉਸ ਗੁਰੂ ਦੀ ਸਿੱਖਿਆ ਰੂਪੀ ਸ਼ਾਂਤੀ ਬੂੰਦ ਨੂੰ ਹਿਰਦੇ ਦੀ ਸ਼ੁੱਧ ਭੂਮੀ ਵਿੱਚ ਮਿਲਾ ਲਿਆ ਤੇ ਫਿਰ ਉਹ ਉੱਥੇ ਅਸਰ ਦਿਖਾਉਂਦੀ ਹੈ। ਅੱਗੇ ਫਰਮਾਉਂਦੇ ਹਨ ਕਬੀਰ ਅਨਕ ਸਿਆਣੇ ਅਨਕ ਸਿਆਣੇ ਪਚ ਗਏ, ਨਾ ਨਿਰਵਾਰੀ ਜਾਏ। ਬਹੁਤ ਸਾਰੇ ਜਿਹੜੇ ਸਿਆਣੇ, ਜਿਹੜੇ ਪੰਡਤ ਸਨ, ਵਿਦਵਾਨ ਸਨ, ਉਹ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਪੁਰਸ਼ ਨੇ ਨਾ, ਫਿਰ ਉਹਨਾਂ ਨੂੰ ਰੋਕਣ ਵਾਸਤੇ ਜਾਂਦੇ ਨੇ। ਕਹਿੰਦੇ ਭਾਈ ਤੁਸੀਂ ਭਗਤੀ ਨਾ ਕਰੋ, ਰਹਿਤ ਰੱਖਣੀ ਔਖੀ ਹੈ, ਤੇ ਤੁਸੀਂ ਦੁਨੀਆ ਦੇ ਵਿੱਚ ਜੇ ਰਹਿਣਾ ਤੇ ਦੁਨੀਆ ਵਰਗੇ ਬਣੋ। ਬਹੁਤ ਸਿਆਣੇ ਬੰਦੇ ਜਿਹੜੇ ਪੜ੍ਹੇ ਲਿਖੇ ਬੜੇ ਬੜੇ ਡਾਕਟਰ ਪ੍ਰੋਫੈਸਰ, ਉਹ ਉਹਨਾਂ ਮੱਥਾ ਮਾਰ ਮਾਰ ਕੇ ਹੰਭ ਗਏ, ਨਾ ਨਿਰਵਾਰੀ ਜਾਏ। ਪਰ ਜਿਨ੍ਹਾਂ ਦੇ ਅੰਦਰ ਗੁਰੂ ਦੀ ਸਿੱਖਿਆ ਰੂਪੀ ਸ਼ਾਂਤੀ ਬੂੰਦ ਪ੍ਰਵੇਸ਼ ਹੋ ਗਈ ਤੇ ਫਿਰ ਉਹ ਬਾਹਰ ਨਹੀਂ ਨਿਕਲੀ, ਨਾ ਨਿਰਵਾਰੀ ਜਾਏ, ਉਹ ਉਸ ਤੋਂ ਵੱਖਰੀ ਨਾ ਹੋ ਸਕੀ। ਭਾਵ ਜਿਹੜੇ ਅਧਿਕਾਰੀ ਗੁਰਸਿੱਖ ਨੇ ਉਹਨਾਂ ਉੱਤੇ ਗੁਰਬਾਣੀ ਦਾ ਵਧੇਰੇ ਅਸਰ ਹੁੰਦਾ ਹੈ, ਤੇ ਜਿਹੜੇ ਨਾਸਤਕ ਬੰਦੇ ਨੇ, ਸ਼ਰਧਾ ਪ੍ਰੇਮ ਤੋਂ ਸਖਣੇ ਨੇ, ਉਹਨਾਂ 'ਤੇ ਗੁਰਬਾਣੀ ਦੀ ਸਿੱਖਿਆ ਦਾ, ਗੁਰੂ ਦੀ ਸਿੱਖਿਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਦੋਵੇਂ ਪੱਖ ਭਗਤ ਕਬੀਰ ਜੀ ਨੇ ਇੱਥੇ ਦਰਸਾਏ ਨੇ। ਤੇ ਆਪਾਂ ਵੀ ਸ਼ੁੱਧ ਅਧਿਕਾਰੀ ਬਣੀਏ ਤੇ ਗੁਰੂ ਦੀ ਸਿੱਖਿਆ ਨੂੰ ਹਿਰਦੇ ਵਿੱਚ ਵਸਾਈਏ। ਸੁਣ ਉਪਦੇਸ਼ ਹਿਰਦਾ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ। ਅਨਕ ਸਿਆਣੇ ਪਚ ਗਏ, ਨਾ ਦਿਨ ਵਾਰੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।